ਗੁਰੂ ਨਾਨਕ ਦਾ ਜਨੇਊ ਨਾ ਪਾਉਣਾ ਜਨੇਊ ਨਾਲ ਨਫ਼ਰਤ ਨਹੀਂ, ਸਿਧਾਂਤਕ ਲੜਾਈ ਹੈ। ਨਾ ਅਸੀਂ ਜ਼ਬਰਦਸਤੀ ਜਨੇਊ ਪਾਇਆ ਹੈ ਤੇ ਨਾ ਅਸੀਂ ਜ਼ਬਰਦਸਤੀ ਜਨੇਊ ਲੱਥਣ ਦੇਣਾ ਹੈ। ਪੰਥ ਨੂੰ ਵੀ ਤਾਂ ਜਾਗਰੂਕ ਹੋਣਾ ਚਾਹੀਦਾ ਸੀ ਨਾ। ਪੰਥ ਤਾਂ ਲੱਗ ਗਿਆ ਡੇਰਿਆਂ ਦੇ ਨਾਲ। ਮੇਰੇ ਉੱਤੇ ਕਿਸੇ ਨੇ ਕੁਝ ਕੀਤਾ ਤਾਂ ਨਹੀਂ। ਉਹ ਜਿਹੜਾ ਕੀਤਾ ਕਰਾਇਆ ਨਾ, ਉਹ ਮੇਰੇ ਵੈਰ ਦੇ ਵਿੱਚੋਂ ਨਿਕਲ ਕੇ ਆਉਂਦਾ ਹੈ। ਮੇਰਾ ਗੁਰੂ ਗ੍ਰੰਥ ਸਾਹਿਬ ਤਾਂ ਦੱਸਦਾ ਹੀ ਨਹੀਂ ਕੀਤਾ ਕਰਾਇਆ। ਇਸ ਕਰਕੇ ਮੈਨੂੰ ਇੱਕ ਦੇਹਧਾਰੀ ਬਾਬਾ ਚਾਹੀਦਾ ਹੈ ਜਿਹੜਾ ਮੈਨੂੰ ਦੱਸੇ ਕਿ ਤੇਰੀ ਜਠਾਣੀ ਨੇ ਤੇਰੇ ਤੇ ਕੁਝ ਕੀਤਾ ਹੈ। ਅਸੀਂ ਦੇਹਧਾਰੀ ਗੁਰੂਆਂ ਦੇ ਬਾਬਿਆਂ ਦੇ ਮਗਰ ਲੱਗਦੇ ਰਹਾਂਗੇ। ਅਸੀਂ ਗੁਰੂ ਘਰ ਨੂੰ ਗੁਰੂ ਘਰ ਮੰਨਿਆ ਹੀ ਨਹੀਂ। ਅਸੀਂ ਉਹਨੂੰ ਸਿਰਫ ਇੱਕ ਜਾਂ ਤਾਂ ਪਿਕਨਿਕ ਸਪੌਟ ਬਣਾ ਲਿਆ, ਖੁਸ਼ੀਆਂ ਗਮੀਆਂ ਜੋ ਵੀ ਆ ਉਹ ਅਸੀਂ ਉੱਥੇ ਜਾ ਕੇ ਸੈਲੀਬ੍ਰੇਟ ਕਰ ਸਕਦੇ ਹਾਂ, ਤੇ ਜਾਂ ਅਸੀਂ ਉਹਨੂੰ ਚੌਧਰ ਪੁਣਾ ਝਾੜਨ ਦਾ ਇੱਕ ਤਰੀਕਾ ਬਣਾ ਲਿਆ। ਜਿਹੜੇ ਆਪਾਂ ਕਹਿੰਦੇ ਗੋਤਾਂ ਦੇ ਨਾਮ ਦੇ ਉੱਤੇ ਗੁਰਦੁਆਰੇ ਬਣੇ ਆ, ਉਹ ਇਸ ਕਰਕੇ ਬਣੇ ਆ ਕਿ ਆਪਸ ਜਾਤ ਗੋਤ ਵਾਲਿਆਂ ਦੀ ਬਣਦੀ ਨਹੀਂ। ਜੱਟ, ਰਾਮਗੜੀਏ, ਇਹ ਮਜਬੀ ਸਿੰਘ, ਐਵੇਂ ਦਾ ਕੁਝ ਨਹੀਂ ਹੁੰਦਾ। ਸਿੱਖਾਂ ਵਿੱਚ ਤਾਂ ਐਵੇਂ ਦਾ ਕੁਝ ਨਹੀਂ ਹੈ। ਜੇ ਤੁਸੀਂ ਮੰਨਦੇ ਹੋ ਤਾਂ ਤੁਸੀਂ ਸਿੱਖ ਨਹੀਂ ਹੋ। ਅਸੀਂ ਇਹ ਨਹੀਂ ਕਿਹਾ ਕਿ ਸਾਡਾ ਗੁਰੂ ਘਰ ਆ ਬਈ, ਸਾਡੇ ਗੁਰਦੁਆਰਾ ਸਾਹਿਬ ਹੈ, ਇੱਥੇ VIP ਸਿਰਫ ਇੱਕ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਬਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਅਸੀਂ ਪਿਛਲੀ ਵਾਰ ਤੱਕ ਇਹ ਡਿਸਕਸ ਕਰ ਚੁੱਕੇ ਹਾਂ ਕਿ ਅਸੀਂ ਥਿੜਕ ਕਿੱਥੇ ਗਏ ਹਾਂ, ਕਿਵੇਂ ਜੋ ਉਹ ਕਿਰਦਾਰ ਜੋ ਗੁਰੂ ਨੇ ਪੱਕੇ ਕਰਕੇ ਆਤਮਾ ਗ੍ਰੰਥ ਤੇ ਸਰੀਰ ਪੰਥ ਦੀ ਗੱਲ ਉਹਨਾਂ ਨੇ ਕੀਤੀ ਸੀ, ਕਿਵੇਂ ਉਹ ਕਿਰਦਾਰ ਅੱਜ ਫਿਰ ਡੋਲ ਰਿਹਾ ਹੈ। ਇਹ ਆਪਾਂ ਗੱਲ ਕਰ ਚੁੱਕੇ ਹਾਂ ਆਲਰੇਡੀ। ਜਿਹੜਾ ਸਚਿਆਰ ਮਨੁੱਖ ਗੁਰੂ ਮਹਾਰਾਜ ਨੇ ਘੜਿਆ ਸੀ, ਉਹ ਫਿਰ ਹੌਲੀ-ਹੌਲੀ ਨਿਗਾਰ ਵੱਲ ਕਿੱਦਾਂ ਜਾ ਰਿਹਾ। ਇਹ ਕਿੱਦਾਂ ਹੋ ਗਿਆ ਕਿ ਜਿਸ ਲੈਵਲ 'ਤੇ ਸਾਨੂੰ ਗੁਰੂ ਪਾਤਸ਼ਾਹ ਲੈ ਕੇ ਗਏ ਸੀ, ਅਸੀਂ ਉੱਥੋਂ ਵਾਪਸ ਆ ਗਏ। ਇਹ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ ਸੀਗੀ ਕਿ ਇਹ ਮਨੁੱਖ ਘੜਿਆ ਹੀ ਗਿਆ ਸੀ, ਕਿਉਂਕਿ ਜਦੋਂ ਰॉ ਮਟੀਰੀਅਲ ਦੀ ਗੱਲ ਆਉਂਦੀ ਆ, ਅਤੇ ਇਹ ਮੈਂ ਆਪਣੇ ਵੱਲੋਂ ਨਹੀਂ ਕਹਿ ਰਹੀ, ਇਹ ਕਿਸੇ ਬਹੁਤ ਗਿਆਨੀ ਪੁਰਸ਼ ਨੇ ਇਹ ਗੱਲ ਕਿਸੇ ਇੱਕ ਬੜੇ ਵਧੀਆ TV ਡਿਬੇਟ ਦੇ ਵਿੱਚ ਕਹੀ ਸੀ ਕਿ ਜਿਹੜਾ ਰॉ ਮਟੀਰੀਅਲ ਹੈ ਨਾ ਪੰਜਾਬ ਦਾ, ਉਹ ਹੋਪਲੈਸ ਹੋ ਗਿਆ। ਹੁਣ ਰॉ ਮਟੀਰੀਅਲ ਕਿਉਂਕਿ ਪੰਜਾਬ ਦੇ ਵਿੱਚੋਂ ਹੀ ਆਉਣਾ, ਅਤੇ ਉਹਦੇ ਨਾਲ ਕੁਝ ਹੋ ਨਹੀਂ ਸਕਦਾ। ਇਸ ਕਰਕੇ ਉਹਨਾਂ ਨੇ ਕਿਹਾ ਸੀਗਾ ਕਿ ਹੁਣ ਸਾਨੂੰ ਬਾਹਰਲੇ ਮੁਲਕਾਂ ਦੇ ਅੱਗੇ ਝੋਲੀ ਅੱਡ ਕੇ ਇਹ ਪ੍ਰੇਅਰ ਕਰਨੀ ਚਾਹੀਦੀ ਆ ਕਿ ਸਾਨੂੰ ਆਪਣਾ ਕੋਈ 500-700 ਬੱਚਾ ਜਿਹੜਾ ਬਾਹਰ ਦਾ ਪੜ੍ਹਿਆ ਲਿਖਿਆ ਹੋਵੇ, ਉਹ ਸਾਡੀ ਝੋਲੀ ਪਾਓ, ਤਾਂ ਕਿ ਉਹ ਪੰਜਾਬ 'ਚ ਆ ਕੇ ਕੁਝ ਨਵੀਆਂ ਜਿਹੜੀਆਂ ਰਵਾਇਤਾਂ ਚਲਾਉਣ ਅਤੇ ਕੁਝ ਨਵਾਂ ਉਸਾਰੀ ਕਰਨ। ਚਲੋ ਖੈਰ, ਆਪੋ ਆਪਣੀ, ਹਰ ਕਿਸੇ ਦੀ ਆਪੋ ਆਪਣੀ ਸੋਚ ਆ। ਬਟ ਐਨੀ ਹਾਓ, ਮੈਂ ਜਿਹੜੀ ਗੱਲ ਕਰ ਰਹੀ ਹਾਂ ਕਿ ਉਹ ਰॉ ਮਟੀਰੀਅਲ ਜਿਹਨੂੰ ਅੱਜ ਦੇ ਯੁੱਗ ਦੇ ਵਿੱਚ ਸਾਡੇ ਜਿਹੜੇ ਬੁੱਧੀਜੀਵੀ, ਜਿਹੜੇ ਇੰਟਲੈਕਚੁਅਲ ਲੋਕ ਨੇ, ਜਾਂ ਜਿਹੜੇ ਕਥਾਵਾਚਕ ਨੇ, ਪ੍ਰਚਾਰਕ ਨੇ, ਬਾਬਾ ਜੀ ਨੇ, ਜਾਂ ਜੋ ਵੀ ਤੁਸੀਂ ਨਾਮ ਦੇ ਸਕਦੇ ਆ, ਜਿਸ ਰॉ ਮਟੀਰੀਅਲ ਨੂੰ ਉਹ ਹੋਪਲੈਸ ਅੱਜ ਮੰਨ ਰਹੇ ਆ, ਜਦ ਕਿ ਅੱਜ ਅਸੀਂ ਬਹੁਤ ਅੱਗੇ ਆ ਗਏ। ਅੱਜ ਇੱਕ ਡੈਮੋਕ੍ਰੈਟਿਕ ਸਟੇਟ ਜਿਹੜੀ ਹਰ ਪਾਸੇ ਚੱਲ ਰਹੀ ਆ, ਉਸ ਦੇ ਵਿੱਚ ਵੀ ਉਹਨਾਂ ਨੂੰ ਲੱਗ ਰਿਹਾ ਕਿ ਰॉ ਮਟੀਰੀਅਲ ਹੋਪਲੈਸ ਆ। ਮੇਰੇ ਗੁਰੂ ਪਾਤਸ਼ਾਹ ਨੇ ਉਹੀ ਰॉ ਮਟੀਰੀਅਲ, ਜਿਹੜਾ ਕਿ ਸ਼ਾਇਦ ਇਸ ਹੋਪਲੈਸਨੈਸ ਨਾਲੋਂ ਵੀ ਜ਼ਿਆਦਾ ਹੋਪਲੈਸ ਸੀ, ਕਿਉਂਕਿ ਉਹ ਲੁੱਟਿਆ ਪੁੱਟਿਆ ਜਾ ਰਿਹਾ ਸੀ, ਕੁੱਟਿਆ ਜਾ ਰਿਹਾ ਸੀ, ਔਰ ਉਹ ਕਦੀ ਆਪਣੀ ਆਵਾਜ਼ ਬੁਲੰਦ ਨਹੀਂ ਸੀ ਕਰ ਪਾ ਰਿਹਾ। ਮੇਰੇ ਗੁਰੂ ਨੇ ਉਸੇ ਰॉ ਮਟੀਰੀਅਲ ਨੂੰ ਟਰਾਂਸਫਾਰਮ ਕੀਤਾ। ਹੁਣ ਜਿਹੜੀ ਉਹ ਟਰਾਂਸਫੋਰਮੇਸ਼ਨ ਆ, ਤੁਸੀਂ ਇਹ ਸੋਚੋ ਕਿ ਇੱਕ ਜਸਟ ਇਮੈਜਿਨ ਦਿਸ, ਹੈ ਨਾ, ਕਿ ਉਹ ਕਿੱਡੀ ਵੱਡੀ ਟਰਾਂਸਫੋਰਮੇਸ਼ਨ ਹੋਊਗੀ ਕਿ ਇੱਕ ਲੋਕ ਜਿਹੜੇ ਕਿਸੇ ਦੇ ਖਿਲਾਫ ਵੀ ਕੋਈ ਆਵਾਜ਼ ਨਹੀਂ ਚੁੱਕ ਪਾ ਰਹੇ, ਉਹਨਾਂ ਨੇ ਇਸ ਤਰੀਕੇ ਦੇ ਨਾਲ ਬਣਾ ਦਿੱਤਾ ਕਿ ਨਾ ਸਿਰਫ ਉਹਨਾਂ ਨੇ ਆਵਾਜ਼ ਚੱਕੀ, ਸਗੋਂ ਧਾੜਵੀਆਂ ਦੇ ਰਾਹ ਦੇ ਵਿੱਚ ਵੀ ਉਹ ਖੜੇ ਹੋ ਗਏ। ਔਰ ਬਾਕਾਇਦਾ ਮੈਂ ਪਿਛਲੇ ਐਪੀਸੋਡ ਦੇ ਵਿੱਚ ਰੌਬਰਟ ਕਲਾਈਵ ਦਾ ਜ਼ਿਕਰ ਵੀ ਕੀਤਾ ਸੀ, ਔਰ ਮੈਂ ਵੀ ਕਿਹਾ ਸੀ ਕਿ ਜਿਹਨੇ ਕਿਸੇ ਨੇ ਵੀ ਪੜ੍ਹਨਾ ਹੋਵੇ, ਬੜੀ ਵਧੀਆ ਬੁੱਕ ਆ ਜਿਹੜੀ ਉਹਨਾਂ ਨੇ ਹੁਣੇ ਪਬਲਿਸ਼ ਕੀਤੀ ਆ। ਪਿਛਲੇ ਐਪੀਸੋਡ 'ਚ ਮੈਂ ਉਹਦਾ ਜ਼ਿਕਰ ਕੀਤਾ ਸੀਗਾ, ਉਹ ਲੈ ਕੇ ਤੁਸੀਂ ਪੜ੍ਹ ਸਕਦੇ ਹੋ। ਬਾਕਾਇਦਾ ਉਹਨਾਂ ਨੇ ਬੜੀ ਰਿਸਰਚਡ ਬੁੱਕ ਆ, ਉਹ ਵੈਲ ਰਿਸਰਚਡ ਬੁੱਕ, ਔਰ ਉਹਦੇ ਵਿੱਚ ਉਹਨਾਂ ਨੇ ਰੌਬਰਟ ਕਲਾਈਵ ਦੀ ਉਸ ਜਿਹੜੀ ਕੋਟ ਆ ਉਹਦਾ ਜ਼ਿਕਰ ਕੀਤਾ ਸੀਗਾ। ਹੁਣ ਇਹ ਜਿਹੜੀ ਟਰਾਂਸਫੋਰਮੇਸ਼ਨ ਆ, ਇਹ ਸਿਰਫ ਫਿਜ਼ੀਕਲ ਟਰਾਂਸਫੋਰਮੇਸ਼ਨ ਨਹੀਂ ਹੈ, ਇਹ ਬਾਕਾਇਦਾ ਰੂਹ ਤੱਕ ਦੀ ਟਰਾਂਸਫੋਰਮੇਸ਼ਨ ਆ। ਸਾਡੇ ਗੁਰੂ ਨੇ ਉਹ ਜਿਹੜੀ ਟਰਾਂਸਫੋਰਮੇਸ਼ਨ ਲੈ ਕੇ ਆਂਦੀ, ਉਹ ਦੱਬਿਆਂ ਕੁਚਲਿਆਂ ਲੋਕਾਂ ਨੂੰ ਇਸ ਤਰੀਕੇ ਦੇ ਨਾਲ, ਜਿਹਨੂੰ ਆਪਾਂ ਸ਼ੂਦਰ ਟੂ ਖਾਲਸਾ ਵੀ ਕਹਿ ਦਿੰਦੇ ਹਾਂ, ਉਹ ਬਣਾਉਣ ਦੀ ਜਿਹੜੀ ਉਹ ਟਰਾਂਸਫੋਰਮੇਸ਼ਨ ਆ, ਉਹ ਕਿੰਨੀ ਵੱਡੀ ਟਰਾਂਸਫੋਰਮੇਸ਼ਨ ਹੋਈ ਹੋਊਗੀ। ਹੁਣ ਇਹਦੇ ਜਦੋਂ ਮੈਂ ਇਹ ਵੀ ਮੈਂ ਡਿਸਕਸ ਕਰ ਚੁੱਕੀ, ਪਰ ਮੈਂ ਹਮੇਸ਼ਾ ਕਰਦੀ ਰਹੂੰਗੀ ਜਦ ਤੱਕ ਕਿਰਦਾਰੇ ਖਾਲਸਾ ਦਾ ਜਿਹੜੇ ਐਪੀਸੋਡ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹੂੰਗੀ। ਇਹ ਗੱਲ ਆਪਣੀ ਬਾਰ-ਬਾਰ ਆਊਗੀ ਕਿ 10 ਗੁਰੂ ਸਾਹਿਬਾਨ ਨੇ ਕਿਸ ਤਰੀਕੇ ਨਾਲ ਕੰਟੀਨਿਊਟੀ ਦੇ ਵਿੱਚ ਉਸ ਮਨੁੱਖ ਨੂੰ ਘੜਦੇ ਗਏ। ਗੁਰੂ ਨਾਨਕ ਪਾਤਸ਼ਾਹ ਨੇ ਵੰਗਾਰ ਦਿੱਤੀ, ਵੰਗਾਰ ਦੇ ਕੇ ਬਾਕਾਇਦਾ ਉਹਨਾਂ ਨੇ ਤੁਹਾਨੂੰ ਤੁਹਾਡੀ ਜਗ੍ਹਾ ਦਿਖਾਈ ਕਿ ਤੁਸੀਂ ਬੈਠੇ ਕਿੱਥੇ ਆ, ਔਰ ਉਸ ਤੋਂ ਬਾਅਦ ਉਹਨਾਂ ਨੇ ਪੂਰਨੇ ਪਾ ਦਿੱਤੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਚਾਹੁੰਦੇ ਤਾਂ ਉਹ ਬਾਕਾਇਦਾ ਉਹ ਵੀ ਤਲਵਾਰ ਚੁੱਕ ਸਕਦੇ ਸੀਗੇ, ਉਹ ਵੀ ਆਪਣੇ ਹੱਥ ਵਿੱਚ ਕਿਰਪਾਨ ਲੈ ਸਕਦੇ ਸੀ, ਪਰ ਉਹਨਾਂ ਉਸ ਟਾਈਮ 'ਤੇ ਨਹੀਂ ਕੀਤਾ। ਕਿਉਂ ਨਹੀਂ ਕੀਤਾ, ਉਹ ਵੀ ਆਪਾਂ ਡਿਸਕਸ ਕਰਦੇ ਹਾਂ।
ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਲੋਕਾਂ ਨੂੰ ਹਲੂਣਾ ਦੇ ਕੇ ਜਗਾਇਆ ਕਿ ਤੁਸੀਂ ਖੜੇ ਕਿੱਥੇ ਹੋ। ਹੁਣ ਸਿਰਫ ਜਗਾਉਣ ਦਾ ਮਤਲਬ ਨਹੀਂ, ਉਸ ਤੋਂ ਅੱਗੇ ਜਦੋਂ ਆਪਾਂ ਆਉਂਦੇ ਹਾਂ ਤਾਂ ਗੁਰੂ ਅੰਗਦ ਦੇਵ ਮਹਾਰਾਜ ਨੇ ਉਹਨਾਂ ਲੋਕਾਂ ਨੂੰ ਬਕਾਇਦਾ ਇੱਕ ਡਿਸਿਪਲਨ ਦੇ ਵਿੱਚ ਬੰਨਿਆ, ਪੰਗਤ ਦਿੱਤੀ। ਪੰਗਤ ਦੇ ਵਿੱਚ ਜਦੋਂ ਤੁਸੀਂ ਆ ਜਾਓਗੇ ਤੁਹਾਡੇ ਅੰਦਰ ਇਕੁਆਲਿਟੀ ਆ ਜਾਊਗੀ। ਤੁਸੀਂ ਆਪਣੇ ਨਾਲ ਵਾਲੇ ਦੇ ਬਾਰੇ ਵੀ ਸੋਚਣ ਲੱਗ ਜਾਓਗੇ ਕਿ ਉਹਨੂੰ ਕੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਕੰਫਰਟੇਬਲ ਕਰਦੀਆਂ। ਸਿਰਫ ਆਪਣੇ ਉੱਪਰ ਸੈਲਫ ਸੈਂਟਰਡ ਨਹੀਂ ਰਹੋਗੇ, ਤੁਹਾਡੇ 'ਚ ਸੇਵਾ ਦਾ ਭਾਵ ਆਊਗਾ। ਕਿਉਂਕਿ ਜਦੋਂ ਤੁਸੀਂ ਪੰਗਤ 'ਚ ਬੈਠਦੇ ਆ, ਕੋਈ ਤੁਹਾਨੂੰ ਵਰਤਾ ਰਿਹਾ ਆ, ਕੋਈ ਤੁਹਾਡੇ ਲਈ ਖਾਣਾ ਬਣਾ ਰਿਹਾ ਆ, ਉਹ ਸਾਰਾ ਕੁਝ ਇੱਕ ਤੁਹਾਨੂੰ ਇੱਕ ਆਈਡੀਓਲੋਜੀਕਲ ਸਿਚੁਏਸ਼ਨ ਦੇ ਵਿੱਚ ਕੈਦ ਕਰ ਦਿੰਦਾ, ਬੰਨ੍ਹ ਦਿੰਦਾ। ਕੈਦ ਸ਼ਾਇਦ ਨੈਗੇਟਿਵ ਵਰਡ ਆ, ਪਰ ਇੱਕ ਆਈਡੀਓਲੋਜੀਕਲ ਸਿਚੁਏਸ਼ਨ ਤੁਹਾਨੂੰ ਦੇ ਦਿੰਦਾ ਕਿ ਇਸ ਤਰੀਕੇ ਨਾਲ ਇਕੁਐਲਿਟੀ ਖੜੀ ਕੀਤੀ ਜਾ ਸਕਦੀ ਆ। ਫਿਰ ਉਹਨਾਂ ਨੇ ਮੱਲ ਅਖਾੜਿਆਂ ਦੇ ਜ਼ਰੀਏ, ਹੁਣ ਮੱਲ ਅਖਾੜਿਆਂ ਦਾ ਜਿਹੜਾ ਕੌਨਸੈਪਟ ਆ ਨਾ, ਉਹ ਮੈਂ ਪਿਛਲੀ ਵਾਰੀ ਵੀ ਡਿਸਕਸ ਕੀਤਾ ਸੀਗਾ ਕਿ ਉਹ ਸਿਰਫ ਇਸ ਲਈ ਨਹੀਂ ਕਿ ਤੁਸੀਂ ਦੇਖੋਗੇ ਘੋਲ ਕਰਕੇ ਦੇਖੋ ਕਿਹੜਾ ਜ਼ਿਆਦਾ ਵਧੀਆ ਹੈ, ਨਹੀਂ। ਜਿੰਨੇ ਵੀ ਬੱਚੇ, ਇਹ ਤੁਸੀਂ ਖੁਦ ਮੰਨੋਗੇ ਕਿ ਜਿਹੜਾ ਵੀ ਬੱਚਾ ਜਿਹੜਾ ਹੈ ਉਹ ਜ਼ਿਆਦਾ ਫਿਜ਼ੀਕਲ ਐਕਟੀਵਿਟੀਜ਼ ਦੇ ਵਿੱਚ ਇਨਵੋਲਵਡ ਹੁੰਦਾ ਹੈ, ਜਿਹੜਾ ਸਪੋਰਟਸ ਵਿੱਚ ਇਨਵੋਲਵਡ ਹੁੰਦਾ ਆ, ਅਕਸਰ ਉਹ ਬੱਚਾ ਜ਼ਿਆਦਾ ਹਰ ਇੱਕ ਜਗ੍ਹਾ ਵਿੱਚ ਅੱਗੇ ਹੁਸ਼ਿਆਰ ਵੀ ਹੁੰਦਾ, ਕੌਨਫੀਡੈਂਟ ਵੀ ਹੁੰਦਾ ਆ। ਕਿਉਂਕਿ ਉਹਨੂੰ ਨਾ ਸਿਰਫ ਆਪਣੇ ਇੰਟੈਲੈਕਟ ਦੀ ਸਮਝ ਹੁੰਦੀ ਆ, ਬਕਾਇਦਾ ਉਹਦੀ ਬੋਡੀ, ਉਹਨੂੰ ਪਤਾ ਆ ਕਿ ਮੇਰੀ ਬੋਡੀ ਦੀ ਸ਼ਮਤਾ ਕੀ ਆ। ਔਰ ਬੜੀ ਨੋਰਮਲ ਜੀ ਔਰ ਬੜੀ ਕਾਮਨ ਉਦਾਹਰਨ ਹੈਗੀ, ਆਪਾਂ ਅਕਸਰ ਬੋਲਦੇ ਰਹਿੰਦੇ ਹਾਂ ਕਿ ਹੈਲਦੀ ਮਾਈਂਡ ਰਿਜ਼ਾਈਡਸ ਇਨ ਅ ਹੈਲਦੀ ਬੋਡੀ, ਅਤੇ ਉਹਨਾਂ ਨੇ ਉਹ ਹੈਲਦੀ ਬੋਡੀ ਵੀ ਨਾਲ ਕੰਸਟਰਕਟ ਕਰ ਦਿੱਤੀ। ਲੈਂਗੁਏਜ ਔਰ ਲਿਟਰੇਚਰ ਦੇ ਕੇ ਤੁਹਾਨੂੰ ਬਕਾਇਦਾ ਇੰਟੈਲੈਕਚੁਅਲ ਬੀਇੰਗਸ ਵੀ ਬਣਾਇਆ। ਤੁਹਾਡੀ ਫਿਜ਼ੀਕਲ ਫਿਟਨੈਸ, ਤੁਹਾਡੀ ਇੰਟੈਲੈਕਚੁਅਲ ਫਿਟਨੈਸ ਵੱਲ ਵੀ ਗੁਰੂ ਅੰਗਦ ਦੇਵ ਮਹਾਰਾਜ ਤੁਹਾਨੂੰ ਲੈ ਗਏ। ਹੁਣ ਪੰਗਤ, ਮੱਲ ਅਖਾੜੇ ਔਰ ਉਸ ਦੇ ਨਾਲ ਪਾਠਸ਼ਾਲਾਵਾਂ ਦੇ ਵਿੱਚੋਂ ਜੋ ਨਿਕਲ ਕੇ ਆਇਆ, ਜਿਹਨੂੰ ਅੱਜ ਅਸੀਂ ਕਹਿੰਦੇ ਹਾਂ ਕਿ ਹੋਲਿਸਟਿਕ ਡਿਵੈਲਪਮੈਂਟ ਦੀ ਜ਼ਰੂਰਤ ਆ। ਗੁਰੂ ਪਾਤਸ਼ਾਹ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਹਲੂਣਾ ਦੇ ਕੇ ਪਹਿਲੇ ਜਾਮੇ 'ਚ ਜਗਾਇਆ ਸੀ, ਦੂਸਰੇ ਜਾਮੇ ਦੇ ਵਿੱਚ ਤੋਂ ਫਿਰ ਅੱਗੇ ਉਹਨਾਂ ਨੇ ਬਕਾਇਦਾ ਨਿਰੰਤਰਤਾ ਦੇ ਵਿੱਚ ਉਹਦੀ ਕੰਸਟਰਕਸ਼ਨ ਵਾਸਤੇ ਉਹਨੂੰ ਇੱਕ ਮਾਡਲ ਇਸਟੈਬਲਿਸ਼ ਕਰਕੇ ਦੇ ਦਿੱਤਾ। ਹੁਣ ਜਿਹੜਾ ਬੰਦਾ, ਤੁਸੀਂ ਇਹ ਸੋਚੋ ਕਿ ਪੰਗਤ ਵਿੱਚ ਬੈਠਦਾ ਆ, ਬਿਨਾਂ ਕਿਸੇ ਜਾਤ, ਧਰਮ, ਮਜ਼ਹਬ ਪੁੱਛੇ ਉਹ ਸੇਵਾ ਕਰ ਰਿਹਾ ਆ। ਉਹ ਜਦੋਂ ਆਪਾਂ ਬਰਤਨਾਂ ਦੀ ਸੇਵਾ ਕਰਦੇ ਹਾਂ ਜਾਂ ਜੋ ਵੀ ਸੇਵਾ ਕਰਦੇ ਹਾਂ, ਉਹ ਕਿਸ ਤਰ੍ਹਾਂ ਦਾ ਬੰਦਾ ਹੋਊਗਾ, ਉਹ ਕਿਸ ਤਰ੍ਹਾਂ ਦਾ ਇਨਸਾਨ ਬਣੂਗਾ। ਬਕਾਇਦਾ ਉਹ ਨਿਰਵੈਰ ਹੋ ਜਾਊਗਾ, ਉਹਨੂੰ ਕਿਸੇ ਨਾਲ ਕੋਈ ਵੈਰ ਨਹੀਂ ਹੋਊਗਾ। ਉਸ ਵੇਲੇ ਤਾਂ ਬਿਲਕੁਲ ਨਹੀਂ ਹੋਊਗਾ। ਸਾਡਾ ਸਾਰਿਆਂ ਦਾ ਜੋ ਇੱਕ ਰਵੱਈਆ, ਜਦੋਂ ਅਸੀਂ ਗੁਰਦੁਆਰੇ ਹੁੰਦੇ ਹਾਂ ਉਦੋਂ, ਅਤੇ ਜਦੋਂ ਅਸੀਂ ਗੁਰਦੁਆਰੇ ਤੋਂ ਬਾਹਰ ਹੁੰਦੇ ਹਾਂ, ਦੋ ਅਲੱਗ-ਅਲੱਗ ਇਨਸਾਨ ਹੁੰਦੇ ਹਾਂ ਅਸੀਂ। ਉਹ ਕਿਉਂ ਆ? ਕਿਉਂਕਿ ਜਦੋਂ ਅੰਦਰ ਸਾਨੂੰ ਇੱਕ ਮਾਡਲ ਮਿਲ ਜਾਂਦਾ ਹੈ ਨਾ, ਅਤੇ ਉਹ ਇੱਕ ਨਿਰਵੈਰ ਜਿਹੜਾ ਬੰਦਾ ਬਣ ਗਿਆ। ਹੁਣ ਉਸ ਨਿਰਵੈਰ ਇਨਸਾਨ ਨੂੰ ਜਿਹੜਾ ਆਖਰੀ ਭੈ ਆ, ਉਹਦੇ ਤੋਂ ਮੁਕਤ ਕਰਨ ਲਈ ਮੈਂ ਗੱਲ ਕੀਤੀ ਸੀਗੀ ਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਬਕਾਇਦਾ ਪ੍ਰੈਕਟੀਕਲੀ ਤੁਹਾਨੂੰ ਉਸ ਪ੍ਰੈਕਟੀਕਲ ਕਰਕੇ ਤੁਹਾਨੂੰ ਉਸ ਜਿਹੜਾ ਆਖਰੀ ਭੈ ਆ ਨਾ, ਉਹਦੇ 'ਚੋਂ ਮੁਕਤ ਕੀਤਾ। ਕਿਉਂਕਿ ਜੇ ਉਹ ਭੈ ਤੁਹਾਡੇ ਤੱਕ ਰਹਿੰਦਾ ਅਤੇ ਫਿਰ ਤੁਹਾਡੇ ਹੱਥਾਂ 'ਚ ਸ਼ਸਤਰ ਦਾ ਕੋਈ ਕੰਮ ਨਹੀਂ ਸੀ। ਅਕਸਰ ਹੀ ਫਿਲਮਾਂ ਦੇ ਵਿੱਚ ਵੀ ਇਹ ਡਾਇਲੋਗ ਚੱਲਦੇ ਰਹਿੰਦੇ ਆ ਕਿ ਜਿਹੜੀ ਇਹ ਬੰਦੂਕ ਆ, ਇਹ ਸਾਰੇ ਲੈਂਦੇ ਆ, ਚਲਾਉਣ ਲਈ ਜਿਗਰਾ ਚਾਹੀਦਾ ਆ। ਉਹ ਕਿਉਂ ਹੁੰਦਾ ਆ? ਕਿਉਂਕਿ ਜਿਸ ਬੰਦੇ ਨੂੰ ਭੈ ਹੈ ਨਾ, ਜਿਸ ਨੂੰ ਕੋਈ ਵੀ ਡਰ ਹੈ, ਉਹ ਕਦੀ ਵੀ ਸ਼ਸਤਰਧਾਰੀ ਹੋ ਕੇ ਵੀ ਸ਼ਸਤਰਧਾਰੀ ਨਹੀਂ ਹੁੰਦਾ। ਹੁਣ ਉਸ ਭੈ ਨੂੰ, ਔਰ ਸਭ ਤੋਂ ਜਿਹੜਾ ਸੁਪਰੀਮ ਭੈ ਆ ਉਹ ਹੈ ਮੌਤ ਦਾ। ਗੁਰੂ ਪਾਤਸ਼ਾਹ ਨੇ ਤੁਹਾਨੂੰ ਉਹਦੇ 'ਚੋਂ ਕੱਢਣ ਲਈ ਆਪ ਪ੍ਰੈਕਟੀਕਲੀ ਉਸ ਮੌਤ ਨੂੰ ਆਪਣੇ ਗੱਲ ਲਾ ਕੇ ਤੁਹਾਨੂੰ ਇਹ ਦੱਸਿਆ ਕਿ ਚਾਹੇ ਜੋ ਮਰਜ਼ੀ ਹੋ ਜੇ, ਸੱਚ ਦੇ ਰਾਹ ਦੇ ਉੱਪਰ ਚੱਲਦੇ ਹਾਂ, ਜੇ ਤੁਹਾਨੂੰ ਇੱਕ ਮੌਤ ਵੀ ਕਬੂਲਣੀ ਪੈ ਜੇ ਤਾਂ ਕੋਈ ਚੱਕਰ ਨਹੀਂ, ਕੋਈ ਵੱਡੀ ਗੱਲ ਨਹੀਂ ਆ, ਉਹਦਾ ਵੀ ਭੈ ਨਹੀਂ ਹੋਣਾ ਚਾਹੀਦਾ। ਜੋ ਇਨਸਾਨ ਗੁਰੂ ਨੇ ਨਿਰਭੈ ਅਤੇ ਨਿਰਵੈਰ ਸਿਰਜ ਦਿੱਤਾ, ਉਸ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਤੁਹਾਨੂੰ ਸ਼ਸਤਰਧਾਰੀ ਕਰਦੇ ਨੇ। ਫਿਰ ਬਕਾਇਦਾ ਜੰਗਾਂ ਦਾ ਇੱਕ ਦੌਰ ਚੱਲਦਾ, ਜਿਹਦੇ ਵਿੱਚ ਤੁਹਾਡੀ ਵਾਰਫੇਅਰ ਦੀ ਵੀ ਪ੍ਰੈਕਟਿਸ ਹੁੰਦੀ ਆ। ਕਿਉਂਕਿ ਮੱਲ ਅਖਾੜਿਆਂ ਤੱਕ ਤਾਂ ਤੁਹਾਡੀ ਪ੍ਰੈਕਟਿਸ ਹੋ ਚੁੱਕੀ, ਹੁਣ ਤੁਹਾਡੀ ਵਾਰਫੇਅਰ ਦੀ ਵੀ ਪ੍ਰੈਕਟਿਸ ਹੁੰਦੀ ਆ। ਉਹ ਪ੍ਰੈਕਟਿਸ ਦੇ ਵਿੱਚੋਂ ਨਿਕਲਦੇ ਜਦੋਂ ਤੁਸੀਂ ਗੁਰੂ ਤੇਗ ਬਹਾਦਰ ਤੱਕ ਜਾਂਦੇ ਆ, ਅਤੇ ਫਿਰ ਆਉਂਦੀ ਆ ਗੱਲ ਕਿ ਹੁਣ ਇੱਕ ਐਸਾ ਮਨੁੱਖ ਤਿਆਰ ਹੋ ਗਿਆ ਜਿਹੜਾ ਨਾ ਤਾਂ ਕਿਸੇ ਨਾਲ ਵੈਰ ਰੱਖਦਾ ਆ, ਨਾ ਭੈ ਰੱਖਦਾ ਆ, ਨਾ ਨਿਰਵੈਰ ਹੈ ਨਾ ਨਿਰਭਉ ਹੈ। ਨਿਰਵੈਰ ਹੈ ਔਰ ਨਿਰਭਉ ਹੈ ਨਾ, ਉਹਨੂੰ ਕਿਸੇ ਨਾਲ ਵੈਰ ਨਹੀਂ, ਕਿਸੇ ਦਾ ਭੈ ਨਹੀਂ। ਔਰ ਉਸ ਤੋਂ ਬਾਅਦ ਹੁਣ ਜਿਹੜੀ ਵੱਡੀ ਗੱਲ ਆ ਉਹ ਇਹ ਆ ਕਿ ਗੁਰੂ ਨਾਨਕ ਗੱਲ ਸ਼ੁਰੂ ਕਿੱਥੋਂ ਕਰਦੇ ਆ? ਜਨੇਊ ਨਾ ਪਾਉਣ ਤੋਂ। ਅਤੇ ਗੁਰੂ ਤੇਗ ਬਹਾਦਰ ਮਹਾਰਾਜ ਕਾਹਦੇ ਵਾਸਤੇ ਸ਼ਹੀਦੀ ਦਿੰਦੇ ਆ? ਜਨੇਊ ਨਾ ਉਤਰਨ ਤੋਂ। ਹੁਣ ਇਹ ਨੁਕਤਾ ਬੜਾ ਬਰੀਕ ਔਰ ਸਮਝਣ ਵਾਲਾ ਹੈ ਕਿ ਗੁਰੂ ਨਾਨਕ ਦਾ ਜਨੇਊ ਨਾ ਪਾਉਣਾ, ਜਨੇਊ ਨਾਲ ਨਫ਼ਰਤ ਨਹੀਂ, ਸਿਧਾਂਤਕ ਲੜਾਈ ਹੈ।
ਆਈਡੀਓਲੋਜੀਕਲ ਲੜਾਈ ਹੈ। ਅਤੇ ਗੁਰੂ ਤੇਗ ਬਹਾਦਰ ਮਹਾਰਾਜ ਉਸੇ ਹੀ ਜਨੇਊ ਨੂੰ ਬਚਾਉਣ ਖਾਤਰ ਜੋ ਵੀ ਉਹ ਹੁੰਦਾ ਆ, ਉਹਦੇ ਨਾਲ ਦੋ ਗੱਲਾਂ ਸਾਹਮਣੇ ਆਉਂਦੀਆਂ। ਇੱਕ ਤੇ ਤੁਹਾਨੂੰ ਇੱਕ ਮਾਡਲ ਦੇ ਦਿੱਤਾ ਕਿ ਸੈਕਰੀਫਾਈਸ ਦੀ ਐਕਸਟ੍ਰੀਮ ਕੀ ਹੋ ਸਕਦਾ ਆ। ਇੱਕ 9 ਸਾਲ ਦਾ ਬੱਚਾ ਆਪਣੇ ਪਿਤਾ ਨੂੰ ਕਹਿ ਰਿਹਾ ਕਿ ਤੁਹਾਡੇ ਤੋਂ ਵੱਧ ਹੋਰ ਕੌਣ ਹੋਊਗਾ ਜਿਹੜਾ ਇਸ ਨੇਕ ਕੰਮ ਵਾਸਤੇ ਆਪਣੀ ਸ਼ਹਾਦਤ ਦਊਗਾ। ਉਹ ਇੱਕ ਐਕਸਟ੍ਰੀਮ ਸੈਕਰੀਫਾਈਸ ਹੈ। ਤੁਹਾਡੇ ਬੱਚੇ ਤੁਹਾਨੂੰ ਕਹਿ ਸਕਦੇ ਆ ਇਹ ਗੱਲ? ਨਹੀਂ ਕਹਿ ਸਕਦੇ। ਉਹ ਜਦੋਂ ਤੁਹਾਨੂੰ ਉਸ ਲੈਵਲ ਤੱਕ ਲੈ ਗਏ, ਉਸ ਐਕਸਟ੍ਰੀਮ ਸੈਕਰੀਫਾਈਸ ਤੱਕ ਲੈ ਗਏ, ਅਤੇ ਨਾਲ ਹੀ ਉਹਨਾਂ ਨੇ ਇਹ ਵੀ ਸਮਝਾ ਦਿੱਤਾ ਕਿ ਸਾਡੀ ਲੜਾਈ ਜਨੇਊ ਦੀ ਨਹੀਂ, ਸਾਡੀ ਲੜਾਈ ਆਈਡੀਓਲੋਜੀਕਲ ਲੜਾਈ ਹੈ। ਨਾ ਅਸੀਂ ਜ਼ਬਰਦਸਤੀ ਜਨੇਊ ਪਾਇਆ ਹੈ ਅਤੇ ਨਾ ਅਸੀਂ ਜ਼ਬਰਦਸਤੀ ਜਨੇਊ ਲੱਥਣ ਦੇਣਾ ਹੈ। ਸਾਡੀ ਲੜਾਈ ਇੰਨੀ ਕਾ। ਹੁਣ ਉਸ ਤੋਂ ਬਾਅਦ ਜਦੋਂ ਉੱਥੋਂ ਤੱਕ ਵੀ ਤੁਸੀਂ ਬਣ ਗਏ, ਅਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਹੈਗੇ ਆ, ਉਹ ਜਦੋਂ ਤੁਹਾਡੇ ਕੋਲੋਂ ਹੁਣ ਸੈਕਰੀਫਾਈਸ ਮੰਗਦੇ ਆ, ਉਹ ਇੱਕ ਟੈਸਟ ਹੁੰਦਾ ਕਿ ਜੋ ਤੁਹਾਨੂੰ ਸਮਝਾਇਆ ਗਿਆ ਕਿਆ ਤੁਸੀਂ ਤੁਹਾਡੇ ਪੱਲੇ ਪਿਆ। ਉਸ ਤੋਂ ਬਾਅਦ ਜਦੋਂ ਤੁਹਾਡੇ ਕੋਲੋਂ ਸੈਕਰੀਫਾਈਸ ਮੰਗਦੇ ਆ 5 ਸਿਰ, ਅਤੇ ਜਦੋਂ 5 ਸਿਰ ਸਾਹਮਣੇ ਆਉਂਦੇ ਆ, ਫਿਰ ਗੁਰਿਆਈ ਜਿਹੜੀ ਆ ਉਹ ਗੁਰੂ ਗ੍ਰੰਥ ਗੁਰੂ ਪੰਥ ਨੂੰ ਮਿਲਦੀ ਆ। ਇਹ ਇੱਕ ਪ੍ਰੋਪਰ ਕੰਟੀਨਿਊਟੀ ਵਿੱਚ ਸਮਝਣ ਦੀ ਲੋੜ ਆ, ਔਰ ਬੜਾ ਇਹ ਸਾਰਾ ਇਤਿਹਾਸ ਆਪਣੇ ਆਪ 'ਚ ਬੁਣਿਆ ਹੋਇਆ ਹੈ। ਗੁਰੂ ਨਾਨਕ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲੋਂ ਅਲੱਗ ਕਰਕੇ ਨਹੀਂ ਵੇਖਿਆ ਜਾ ਸਕਦਾ। ਵੇਖੋਗੇ ਤਾਂ ਡੋਲ ਜਾਓਗੇ। ਹੁਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ, ਕਿਉਂਕਿ ਦੇਖੋ ਉਹਨਾਂ ਨੇ ਆਪਣੇ ਪਿਓ ਨੂੰ, ਆਪਣੇ ਪਿਤਾ ਵਾਸਤੇ ਉਹਨਾਂ ਨੇ ਸੈਕਰੀਫਾਈਸ ਦੀ ਕੋਈ ਗੱਲ ਨਹੀਂ ਕੀਤੀ, ਕੋਈ ਉਹਨਾਂ ਦੇ ਉਹ ਡੋਲੇ ਨਹੀਂ। ਤੁਹਾਡਾ ਬਕਾਇਦਾ ਟੈਸਟ ਲੈ ਕੇ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਜਿਹੜਾ ਰੂਪ ਹੈ ਇਹ ਮੇਰਾ ਹੀ ਰੂਪ ਬਣ ਗਿਆ ਆ। ਇਸੇ ਲਈ ਜਿਹੜੀ ਭਾਈ ਨੰਦ ਲਾਲ ਦੇ ਰਹਿਤਨਾਮੇ ਦੇ ਵਿੱਚ, ਭਾਈ ਨੰਦ ਲਾਲ ਗ੍ਰੰਥਾਵਲੀ ਜਿਹੜੀ ਡਾਕਟਰ ਗੰਡਾ ਸਿੰਘ ਹੁਣਾਂ ਵੱਲੋਂ ਸੰਪਾਦਿਤ ਹੈ, ਉਹਦੇ ਪੇਜ ਨੰਬਰ 187 ਦੇ ਉੱਤੇ ਉਹ ਲਿਖਦੇ ਆ, ਤੀਸਰ ਰੂਪ ਸਿੱਖ ਹੈ ਮੋਰ। ਗੁਰੂ ਗੋਬਿੰਦ ਸਿੰਘ ਦੇ ਵੱਲੋਂ ਇਹ ਸ਼ਬਦ ਜੋ ਭਾਈ ਨੰਦ ਲਾਲ ਨੇ ਲਿਖੇ ਨੇ, ਉਹ ਇਹ ਹੈ, ਤੀਸਰ ਰੂਪ ਸਿੱਖ ਹੈ ਮੋਰ। ਉਹ ਸਿੱਖ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੀ ਰੂਪ ਹੋ ਗਏ, ਫਿਰ ਉਹਨਾਂ ਨੂੰ ਸ਼ਬਦ ਗੁਰੂ ਦੇ ਲੜ ਲਾਇਆ ਜਾਂਦਾ। ਹੁਣ ਇੱਥੇ ਇੱਕ ਨੁਕਤਾ ਛੋਟਾ ਜਿਹਾ ਹੋਰ ਸਮਝਿਓ। ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਜਾਂਦਾ ਕਿ ਕੌਣ ਗੁਰੂ ਕਿਸ ਕਾ ਤੂ ਚੇਲਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਧਨ ਚੇਰਾ। ਹੁਣ ਸ਼ਬਦ ਗੁਰੂ ਨਾਨਕ ਦੇ ਗੁਰੂ ਨੇ। ਉਸ ਤੋਂ ਬਾਅਦ ਸਾਰੇ ਜਿਹੜੇ ਗੁਰੂ ਪਾਤਸ਼ਾਹ ਆਏ, ਉਹਨਾਂ ਦੇ ਜਿਹੜੇ 10 ਜਾਮੇ ਜਿਹੜੇ ਹੈਗੇ ਆ, ਉਹ ਬਕਾਇਦਾ ਉਸ ਇਨਸਾਨ ਨੂੰ ਉਸ ਲੈਵਲ ਤੱਕ ਲੈ ਕੇ ਜਾਣ ਦੇ ਲਾਇਕ ਬਣਾਇਆ। ਉਹਨਾਂ ਨੂੰ ਲੈ ਕੇ ਗਏ ਜਿੱਥੇ ਗੁਰੂ ਗੋਬਿੰਦ ਸਿੰਘ ਉਹਨਾਂ ਨੂੰ ਕਹਿ ਸਕਦੇ ਕਿ ਇਹ ਮੇਰਾ ਹੀ ਰੂਪ ਹੋ ਗਏ ਆ। ਜਦੋਂ ਉਹ ਗੁਰੂ ਦਾ ਹੀ ਰੂਪ ਹੋ ਗਏ, ਜਦੋਂ ਉਹ ਗੁਰੂ ਗੋਬਿੰਦ ਸਿੰਘ, ਕਿਉਂਕਿ ਗੁਰੂ ਗੋਬਿੰਦ ਸਿੰਘ ਔਰ ਗੁਰੂ ਨਾਨਕ ਅਲੱਗ-ਅਲੱਗ ਨਹੀਂ, ਜਦੋਂ 10ਵੇਂ ਜਾਮੇ ਵਿੱਚ ਗੁਰੂ ਨਾਨਕ ਦਾ ਹੀ ਰੂਪ ਸਿੱਖ ਹੋ ਗਏ, ਫਿਰ ਉਹਨਾਂ ਨੂੰ ਗੁਰਿਆਈ ਵੀ ਮਿਲ ਜਾਂਦੀ ਆ, ਫਿਰ ਉਹ ਸ਼ਬਦ ਦੇ ਲੜ ਲੱਗਦੇ ਆ। ਹੁਣ ਇਹ ਗੱਲ ਸਮਝਣੀ ਜ਼ਰੂਰੀ ਆ। ਹੁਣ ਜਿਹੜਾ ਸ਼ਬਦ ਗੁਰੂ ਦੇ ਲੜਨਾ, ਉਹ ਸੱਚਿਆਰ ਮਨੁੱਖ ਹੀ ਲੱਗ ਸਕਦਾ ਹੈ, ਕਿਉਂਕਿ ਇਸ ਗੱਲ ਨੂੰ ਜੇ ਮੇਰੀ ਗੱਲ ਤੁਹਾਡੇ ਤੱਕ ਪਹੁੰਚ ਸਕੀ ਹੋਵੇ ਤਾਂ ਇਹ ਗੱਲ ਸਮਝਣੀ ਜ਼ਰੂਰੀ ਆ ਕਿ ਗੁਰੂ ਨੇ ਪਹਿਲੇ ਜਾਮੇ ਵਿੱਚ ਬੜਾ ਕਲੀਅਰ ਅਨਾਊਂਸ ਕਰ ਦਿੱਤਾ ਕਿ ਮੇਰਾ ਗੁਰੂ ਸ਼ਬਦ ਆ ਅਤੇ ਤੁਹਾਡਾ ਗੁਰੂ ਕੌਣ ਆ? ਗੁਰੂ ਨਾਨਕ। ਉਸ ਤੋਂ ਬਾਅਦ ਤੁਹਾਡੇ ਗੁਰੂ 10 ਗੁਰੂਆਂ ਤੱਕ ਜਿਹੜੇ ਦੇਹਧਾਰੀ ਗੁਰੂ ਹੋਏ, ਉਹਨਾਂ ਨੇ ਤੁਹਾਨੂੰ ਉਸ ਲੈਵਲ 'ਤੇ ਲੈ ਗਏ, ਉਸ ਪੁਆਇੰਟ ਤੱਕ ਤੁਹਾਡੀ ਉਹਨਾਂ ਨੇ ਇੰਟਲੈਕਚੁਅਲ, ਤੁਹਾਡੀ ਫਿਜ਼ੀਕਲ ਗਰੋਥ ਕਰਾ ਦਿੱਤੀ ਕਿ ਜਦੋਂ ਤੁਸੀਂ ਸ਼ਬਦ ਗੁਰੂ ਨੂੰ ਹੀ ਆਪਣਾ ਗੁਰੂ ਸਮਝਣ ਦੇ ਲਾਇਕ ਹੋ ਗਏ, ਔਰ ਬਕਾਇਦਾ ਉਸ ਲੈਵਲ ਤੱਕ ਲੈ ਕੇ ਉਹਨਾਂ ਨੇ ਤੁਹਾਨੂੰ ਫਿਰ ਸ਼ਬਦ ਗੁਰੂ ਦੇ ਲੜ ਲਾਇਆ। ਸੋ ਸ਼ਬਦ ਦੇ ਲੜ ਜਿਹੜਾ ਹੈ ਨਾ, ਉਹ ਸਿਰਫ ਸੱਚਿਆਰ ਮਨੁੱਖ ਲੱਗ ਸਕਦਾ, ਆਮ ਬੰਦੇ ਦੇ ਵੱਸ ਦੀ ਗੱਲ ਹੈ ਨਹੀਂ, ਕਿਉਂਕਿ ਆਮ ਬੰਦੇ ਨੂੰ ਕਿਤੇ ਨਾ ਕਿਤੇ ਦੇਹ ਦੀ ਲੋੜ ਜ਼ਰੂਰ ਪੈਂਦੀ ਹੈ। ਆਮ ਇਨਸਾਨ ਦੇਹ ਦੇ ਨਾਲ ਜੁੜਿਆ ਹੁੰਦਾ ਆ। ਜਿਹੜਾ ਸੱਚਿਆਰ ਮਨੁੱਖ ਹੈ ਨਾ, ਉਹ ਨਹੀਂ ਜੁੜਿਆ ਹੋਊਗਾ, ਕਿਉਂਕਿ ਉਹ ਨਿਰਵੈਰ ਹੋਊਗਾ, ਉਹ ਨਿਰਭਉ ਹੋਊਗਾ, ਉਹ ਸ਼ਹੀਦੀ ਵੀ ਇੱਕ ਬਹੁਤ ਵੱਡੀ, ਇਹਨੂੰ ਸਿਰਫ ਲਿਟਰਲ ਮੀਨਿੰਗ 'ਤੇ ਨਾ ਜਾਇਓ, ਇੱਕ ਬਹੁਤ ਵੱਡੀ ਆਪਣੇ ਆਪ 'ਚ ਪਰੰਪਰਾ ਆ, ਆਪਾਂ ਉਹਦੀ ਬਾਰੇ ਵੀ ਕਦੇ ਡਿਸਕਸ ਕਰਾਂਗੇ। ਪਰ ਉਸ ਲੈਵਲ ਤੱਕ ਲੈ ਕੇ ਜਾਣ ਲਈ ਜਿਸ ਤਰੀਕੇ ਨਾਲ ਸੱਚਿਆਰ ਮਨੁੱਖ ਨੂੰ ਘੜਿਆ ਗਿਆ, ਆਪਾਂ ਅੱਜ ਉਹ ਖੋ ਬੈਠੇ। ਹੁਣ ਜਿਹੜਾ ਸੱਚਿਆਰ ਮਨੁੱਖ ਹੈ ਨਾ, ਉਹਨੂੰ ਦੇਖਿਓ, ਉਹ ਸਿੱਧ ਗੋਸ਼ਟੀਆਂ ਦੇ ਵਿੱਚੋਂ ਇੰਟਲੈਕਟ ਉਹਦਾ ਨਿਕਲਿਆ ਹੋਊਗਾ, ਸ਼ੇਪ ਹੋਇਆ ਹੋਊਗਾ। ਮੱਲ ਅਖਾੜਿਆਂ ਦੇ ਵਿੱਚੋਂ ਉਹਦੀ ਕੌਨਫੀਡੈਂਸ ਸ਼ੇਪ ਹੋਈ ਹੋਊਗੀ, ਉਹਦੀ ਸੈਲਫ ਰਿਲਾਇੰਸ ਸ਼ੇਪ ਹੋਈ ਹੋਊਗੀ, ਔਰ ਬਕਾਇਦਾ ਜਿਹੜਾ ਆ ਉਹ ਪੰਗਤ ਦੇ ਵਿੱਚੋਂ ਇਕੁਐਲਿਟੀ ਦਾ ਜਜ਼ਬਾ ਲੈ ਕੇ ਨਿਕਲਿਆ ਹੋਊਗਾ। ਉਹ ਨਿਰਵੈਰ ਨਿਰਭੈ ਜਿਹੜਾ ਮਨੁੱਖ ਹੈ, ਉਹ ਬਕਾਇਦਾ ਸ਼ਬਦ ਨੂੰ ਗੁਰੂ ਮੰਨ ਸਕਦਾ ਆ। ਹੁਣ ਬਾਕੀ ਜਿਹੜੇ ਆ ਨਾ, ਉਹ ਦੇਹ ਨੂੰ ਲੋਚਦੇ ਰਹਿਣਗੇ। ਜਿਵੇਂ ਮੈਂ ਪਹਿਲਾਂ ਕਿਹਾ, ਉਹ ਬਾਕੀ ਦੇਹ ਨੂੰ ਲੋਚਦੇ ਰਹਿਣਗੇ। ਕਿਉਂ ਦੇਹ ਨੂੰ ਲੋਚਦੇ ਰਹਿਣਗੇ? ਕਿਉਂਕਿ ਮੈਂ ਨਿਰਵੈਰ ਨਹੀਂ,
ਮੈਨੂੰ ਵੈਰ ਵੀ ਹੈ। ਇਸ ਕਰਕੇ ਮੈਨੂੰ ਜਦੋਂ ਮੇਰੇ 'ਤੇ ਕੋਈ ਕਸ਼ਟ ਆਉਂਦਾ ਤਾਂ ਮੈਨੂੰ ਇਹ ਵੀ ਜਾਣਨਾ ਪੈਣਾ ਕਿ ਮੇਰੇ ਉੱਤੇ ਕਿਸੇ ਨੇ ਕੁਛ ਕੀਤਾ ਤਾਂ ਨਹੀਂ। ਉਹ ਜਿਹੜਾ ਕੀਤਾ ਕਰਾਇਆ ਨਾ ਉਹ ਮੇਰੇ ਵੈਰ ਦੇ ਵਿੱਚੋਂ ਨਿਕਲ ਕੇ ਆਉਂਦਾ ਹੈ। ਹੁਣ ਕਿਉਂਕਿ ਮੇਰਾ ਗੁਰੂ ਗ੍ਰੰਥ ਸਾਹਿਬ ਤਾਂ ਦੱਸਦਾ ਹੀ ਨਹੀਂ ਕੀਤਾ ਕਰਾਇਆ, ਅਤੇ ਇਸ ਕਰਕੇ ਮੈਨੂੰ ਇੱਕ ਦੇਹਧਾਰੀ ਬਾਬਾ ਚਾਹੀਦਾ ਹੈ ਜਿਹੜਾ ਮੈਨੂੰ ਦੱਸੇ ਕਿ ਤੇਰੀ ਜਠਾਣੀ ਨੇ ਤੇਰੇ 'ਤੇ ਕੁਛ ਕੀਤਾ ਹੈ, ਤੇਰੀ ਦਰਾਣੀ ਨੇ ਤੇਰੇ 'ਤੇ ਕੁਛ ਕੀਤਾ। ਉਦੋਂ ਮੈਨੂੰ ਦੇਹਧਾਰੀ ਦੀ ਲੋੜ ਪੈਂਦੀ ਆ। ਹੁਣ ਮੈਂ ਆਪ ਨਿਰਭੈ ਨਹੀਂ, ਮੈਨੂੰ ਤਾਂ ਡਰ ਲੱਗਦਾ ਆ ਕਿ ਇਹ ਨਾ ਹੋਵੇ ਜੇ ਮੈਂ ਕੁਛ ਵੀ ਕੀਤਾ ਅਤੇ ਮੇਰੇ ਤਾਂ ਪਿੱਛੇ ਕੋਈ ਇਹ ਨਾ ਹੋ ਜਾਏ, ਮੇਰੇ ਨਾਲ ਕਿਸੇ ਤਰ੍ਹਾਂ ਦੇ ਵੀ ਜੋ ਵੀ ਸਾਡੇ ਡਰ ਨੇ, ਛੋਟੇ ਤੋਂ ਛੋਟਾ ਡਰ ਕਿ ਮੇਰੇ ਬੱਚੇ ਜਿਹੜੇ ਉਹ ਮੈਨੂੰ ਸਾਂਭ ਲੈਣ, ਅਤੇ ਇਸ ਤੋਂ ਬਾਅਦ ਵੱਡੇ ਤੋਂ ਵੱਡਾ ਡਰ ਕਿ ਅਸੀਂ ਅਗਰ ਆਹ ਕਰ ਗਏ ਤਾਂ ਕਿਤੇ ਬਾਦਲ ਦਲ ਜਿਹੜਾ ਹੈਗਾ ਸਾਨੂੰ ਜਾਂ ਜਿਹੜੀ ਵੀ ਪੋਲੀਟੀਕਲ ਪਾਰਟੀ ਉਹ ਮੈਨੂੰ ਇਸ ਪਰਟੀਕੂਲਰ ਕੁਰਸੀ ਤੋਂ ਹਟਾ ਹੀ ਨਾ ਦੇਵੇ। ਹੁਣ ਇਹ ਜਿਹੜੇ ਸਾਡੇ ਭੈ ਨੇ ਨਾ ਉਹ ਅੱਗੇ ਫਿਰ ਦੇਹਧਾਰੀ ਗੁਰੂਆਂ ਨੂੰ ਹੋਰ ਸੱਦਾ ਦਿੰਦੇ ਆ, ਕਿਉਂਕਿ ਜਦੋਂ ਮੈਂ ਕਿਸੇ ਇਨਸਾਨ ਤੋਂ ਡਰੂੰਗੀ ਅਤੇ ਮੈਂ ਇਨਸਾਨ ਨੂੰ ਸੁਪਰੀਮ ਮੰਨੂੰਗੀ। ਜਦੋਂ ਤੁਸੀਂ ਨਿਰਵੈਰ ਹੋਵੋਗੇ, ਨਿਰਭਉ ਹੋਵੋਗੇ, ਫਿਰ ਤੁਸੀਂ ਸ਼ਬਦ ਨੂੰ ਸੁਪਰੀਮ ਮੰਨੋਗੇ, ਬੰਦੇ ਦੀ ਤੁਹਾਨੂੰ ਲੋੜ ਨਹੀਂ ਰਹਿ ਜਾਂਦੀ। ਹੁਣ ਜਦੋਂ ਤੱਕ ਅਸੀਂ ਇਹਨਾਂ ਚੀਜ਼ਾਂ ਨੂੰ, ਇਹਨਾਂ ਰਵਾਇਤਾਂ ਨੂੰ ਵਾਪਸ ਆਪਣੇ ਵਿੱਚ ਲੈ ਕੇ ਨਹੀਂ ਆਉਂਦੇ ਨਾ, ਉਦੋਂ ਤੱਕ ਸਾਨੂੰ ਇਹ ਪ੍ਰੋਬਲਮਸ ਆਉਂਦੀਆਂ ਰਹਿਣਗੀਆਂ। ਅਸੀਂ ਦੇਹਧਾਰੀ ਗੁਰੂਆਂ ਦੇ, ਬਾਬਿਆਂ ਦੇ ਮਗਰ ਲੱਗਦੇ ਰਹਾਂਗੇ, ਕਿਉਂਕਿ ਅਸੀਂ ਆਪਣੀ ਸਚਿਆਰਤਾ ਜੋ ਗੁਰੂ ਨੇ ਸਾਨੂੰ ਦਿੱਤੀ ਸੀ, ਜੋ ਉਹਨਾਂ ਨੇ ਪਹਿਲੀ ਵਾਰੀ ਹੀ ਦੇਖੋ ਜਪਜੀ ਸਾਹਿਬ ਆਪਣੇ ਆਪ ਦੇ ਵਿੱਚ ਜਿਹੜੇ ਹੈ ਉਹ ਬਹੁਤ ਵੱਡਾ ਫਲਸਫਾ ਆ। ਇੱਕੋ ਹੀ ਗੱਲ ਹੈ, ਕਿਵ ਸਚਿਆਰਾ ਹੋਈ ਹੈ। ਔਰ ਬਾਕੀ ਸਾਰੀ ਜਿਹੜਾ ਸਿੱਖ ਹਿਸਟਰੀ ਹੈ ਨਾ ਉਹ ਸਾਰੀ ਤੁਸੀਂ ਪੜ੍ਹੋ, ਗੁਰਬਾਣੀ ਦੇ ਚਾਨਣ ਦੇ ਵਿੱਚ ਪੜ੍ਹੋ, ਅਤੇ ਤੁਹਾਨੂੰ ਪਤਾ ਲੱਗੂਗਾ ਕਿ ਕਿਵ ਸਚਿਆਰਾ ਹੋਈਏ ਦਾ ਹੀ ਰਿਸਪੌਂਸ ਹੈ। ਔਰ ਬਾਕਾਇਦਾ ਤੁਹਾਨੂੰ ਉਹ ਸਚਿਆਰ ਬਣਾਉਂਦਾ ਆ। ਬਣਾਉਣ ਤੋਂ ਬਾਅਦ ਫਿਰ ਤੁਹਾਨੂੰ ਸ਼ਬਦ ਦੇ ਲੜ ਲਾਇਆ ਜਾਂਦਾ। ਹੁਣ ਜਦੋਂ ਸਾਡੇ ਪਰਸਨਲ ਬਾਬੇ ਹੋ ਜਾਣਗੇ ਨਾ, ਕਿਉਂਕਿ ਬਾਬੇ ਜਾਂ ਡੇਰੇ ਜਾਂ ਕੋਈ ਵੀ ਉਹ ਕਿਉਂ ਨਿਕਲਦੇ ਆ, ਮੈਂ ਤੁਹਾਨੂੰ ਦੱਸਿਆ, ਕਿਉਂਕਿ ਉਹ ਸਾਡੇ ਆਪਣੇ ਵੈਰ ਦਵੇਸ਼, ਸਾਡੇ ਆਪਣੇ ਡਰ ਭੈ ਦੇ ਵਿੱਚੋਂ ਨਿਕਲ ਕੇ ਆਏ ਹੁੰਦੇ ਆ, ਕਿਉਂਕਿ ਸਾਡੀ ਈਗੋ ਨੂੰ ਉਹ ਸੈਟਿਸਫਾਈ ਕਰਦੇ ਆ, ਇਸ ਕਰਕੇ ਉਹ ਨਿਕਲ ਕੇ ਆ ਜਾਂਦੇ ਆ। ਇਸੇ ਕਰਕੇ ਹੀ ਅਸੀਂ ਉਹਨਾਂ ਕਰਮ ਕਾਂਡਾਂ ਵੱਲ ਫਸ ਜਾਂਦੇ ਹਾਂ, ਕਿਉਂਕਿ ਸਾਡੇ ਬਾਬਾ ਜੀ ਨੇ ਇਹ ਕਿਹਾ ਆ। ਸਾਡੇ ਬਾਬਾ ਜੀ ਇਹ ਕਹਿੰਦੇ ਆ, ਬਾਬਾ ਜੀ ਨੇ ਕੀ ਕਿਹਾ ਇਹਦੇ ਨਾਲ ਸਾਨੂੰ ਮਤਲਬ ਨਹੀਂ ਸੀ, ਸਾਨੂੰ ਮਤਲਬ ਸੀ ਸਾਡਾ ਸ਼ਬਦ ਗੁਰੂ ਕੀ ਕਹਿ ਰਿਹਾ ਆ। ਪਰ ਅਸੀਂ ਉੱਥੋਂ ਤੱਕ ਜਾਣਾ ਹੀ ਨਹੀਂ, ਕਿਉਂਕਿ ਸਾਡਾ ਤਾਂ ਅੰਦਰ ਡਰਦਾ ਆ ਨਾ। ਸਾਨੂੰ ਇਹ ਵੀ ਡਰ ਆ ਕਿ ਮੈਂ ਗੁਰਬਾਣੀ ਨਹੀਂ ਪੜ੍ਹ ਸਕਦੀ ਸਾਰੀ, ਇਸ ਕਰਕੇ ਜੇ ਮੈਂ ਗੁਰਬਾਣੀ ਨਹੀਂ ਪੜ੍ਹ ਸਕਦੀ ਤਾਂ ਪਰ ਮੈਂ ਗੁਰਬਾਣੀ ਨੂੰ ਸਮਝਣਾ ਜ਼ਰੂਰੀ ਆ, ਇਸ ਕਰਕੇ ਫਿਰ ਮੈਨੂੰ ਬਾਬਾ ਜੀ ਦੇ ਲੜ ਵੀ ਲੱਗਣਾ ਪੈਣਾ ਆ। ਹੁਣ ਇਹ ਸਾਰੇ ਸਾਡੇ ਆਪਣੇ ਹੀ ਜਿਹੜੇ ਡਰ ਨੇ ਉਹਨਾਂ ਦੇ ਵਿੱਚੋਂ ਗੱਲਾਂ ਨਿਕਲ ਕੇ ਆਉਂਦੀਆਂ ਆ। ਹੁਣ ਇੱਕ ਗੱਲ ਧਿਆਨ ਨਾਲ ਤੁਸੀਂ ਦੇਖਿਓ ਕਿ ਜਿਹੜੇ ਇਹ ਸੱਚੀ ਟਕਸਾਲ ਦੇ ਵਿੱਚੋਂ ਜਿਹੜੇ ਮਨੁੱਖ ਨਿਕਲੇ ਸੀ, ਉਹੋ ਜਿਹੇ ਮਨੁੱਖ ਅੱਜ ਸਾਨੂੰ ਕਨਸੀਵ ਵੀ ਨਹੀਂ ਹੁੰਦੇ। ਅਸੀਂ ਇਹ ਸੋਚਦੇ ਹੀ ਨਹੀਂ, ਕਿ ਅਸੀਂ ਇਹ ਕਨਸੀਵ ਹੀ ਨਹੀਂ ਕਰ ਪਾਉਂਦੇ ਕਿ ਉਹੋ ਜਿਹੇ ਮਨੁੱਖ ਵੀ ਹੋ ਸਕਦੇ ਨੇ। ਅਸੀਂ ਅੱਜ ਜਦੋਂ ਗੱਲ ਆਉਂਦੀ ਹੈ ਨਾ ਕਿ ਬਾਬਾ ਦੀਪ ਸਿੰਘ ਦੀ ਜਾਂ ਹੋਰ ਸਿੰਘ ਸ਼ਹੀਦਾਂ ਦੀ, ਅਤੇ ਅਸੀਂ ਉਹਨਾਂ 'ਤੇ ਕਿੰਤੂ ਕਰਨ ਲੱਗਿਆਂ 1 ਮਿੰਟ ਲਾਉਣੇ ਆ। ਕਿਉਂ? ਕਿਉਂਕਿ ਸਾਡੀ ਕਨਸੀਵ ਕਰਨ ਦੀ ਪਾਵਰ ਦੇ ਵਿੱਚੋਂ ਹੀ ਉਹ ਬਾਹਰ ਹੋ ਗਏ। ਉਹਦਾ ਕਾਰਨ ਕੀ ਆ ਕਿ ਉਹ ਸੱਚੀ ਟਕਸਾਲ ਦੇ ਵਿੱਚ ਘੜੇ ਹੋਏ ਮਨੁੱਖ ਸੀ। ਅਸੀਂ ਆਪਣੀ ਮਨਮੱਤ ਦੇ ਨਾਲ ਘੜੇ ਹੋਏ ਮਨੁੱਖ ਹਾਂ। ਅਸੀਂ ਉਸੇ ਭੈ ਔਰ ਵੈਰ ਦਵੇਸ਼ ਉਹਦੇ ਵਿੱਚ ਦੇ ਵੜੇ ਹੋਏ, ਉਲਝੇ ਹੋਏ ਲੋਕ ਹਾਂ। ਹੁਣ ਧਿਆਨ ਨਾਲ ਦੇਖਿਓ, ਗੁਰੂ ਨਾਨਕ ਪਾਤਸ਼ਾਹ ਨੇ ਜਿਹੜੇ ਪੂਰਨੇ ਪਾਏ, ਮੈਂ ਪਹਿਲਾਂ ਵੀ ਇਹ ਗੱਲ ਕਰ ਗਈ, ਉਹਦੇ ਉੱਤੇ ਹੀ ਸਾਰੇ ਗੁਰੂ ਮਹਾਰਾਜ ਜਿਹੜੇ ਹੈ ਉਹ ਅੱਗੇ ਚੱਲਦੇ ਗਏ, ਔਰ ਬਾਕਾਇਦਾ ਸਿੱਖ ਇਤਿਹਾਸ ਉਹਨਾਂ ਪੂਰਨਿਆਂ ਦੇ ਉੱਤੇ ਹੀ ਚੱਲਦਾ ਉਹਨੂੰ ਪੱਕਾ ਕਰਦਾ ਗਿਆ। ਪਹਿਲੇ ਜਾਮੇ ਵਿੱਚ ਗੁਰੂ ਨਾਨਕ ਪਾਤਸ਼ਾਹ ਸਿਰ ਧਰ ਤਲੀ ਗਲੀ ਮੁਰੀਆਓ ਕਹਿਣ ਵਾਲੇ, ਔਰ ਉਸ ਤੋਂ ਬਾਅਦ ਵਾਕਈ ਹੀ ਉਸ ਸ਼ਬਦ ਦੇ ਲੜ ਲੱਗ ਕੇ ਸਿੱਖ ਜਿਹੜੇ ਆ ਉਹ ਸਿਰ ਧਰ ਤਲੀ ਗਲੀ ਆਉਂਦੇ ਨੇ, ਉਹ ਆਏ ਨੇ। ਔਰ ਸਾਨੂੰ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਕਿ ਬਾਬਾ ਦੀਪ ਸਿੰਘ ਦੀ ਸ਼ਹਾਦਤ ਦੇ ਉੱਤੇ ਅਸੀਂ ਕਿੰਤੂ ਕਰਨ ਲੱਗ ਜਾਂਦੇ ਹਾਂ। ਬਹੁਤੇ ਕਹਿੰਦੇ ਆ ਕਿ ਇਹ ਪੋਸੀਬਲ ਨਹੀਂ, ਇਹ ਲੌਜੀਕਲੀ ਨਹੀਂ ਆ, ਸਿਰ ਇਹ ਹੋ ਹੀ ਨਹੀਂ ਸਕਦਾ ਕਿ ਸਿਰ ਹੱਥ ਦੇ ਉੱਤੇ ਚੱਕਿਆ ਹੋਵੇ ਔਰ ਬੰਦਾ ਲੜਦਾ ਹੋਵੇ, ਇਹ ਪੋਸੀਬਲ ਨਹੀਂ ਹੈਗਾ। ਮੇਰਾ ਵੀ ਸੇਮ ਆਹੀ ਸਵਾਲ ਸੀ, ਹੈਗਾ ਵੀ ਆ ਸ਼ਾਇਦ ਕਿ ਇੱਦਾਂ ਹੋ ਸਕਦਾ, ਪਰ ਜਦੋਂ ਮੈਂ ਇਸ ਕੰਟੈਕਸਟ ਵਿੱਚ ਵੇਖੂੰਗੀ ਕਿ ਮੈਂ ਕੀ ਹਾਂ, ਫਿਰ ਨਹੀਂ ਹੋ ਸਕਦਾ। ਹੁਣ ਉਦੋਂ ਫਿਰ ਮੈਂ ਦੇਖਦੀ ਹਾਂ ਕਿ ਜਦੋਂ ਮੇਰੇ ਕੋਲ ਇਹ ਸਵਾਲ ਆਇਆ ਸੀ, ਕਿਉਂਕਿ ਮੈਨੂੰ ਸਾਇੰਸ ਦੀ ਸਟੂਡੈਂਟ ਹੋਣ ਦੇ ਨਾਤੇ ਮੈਨੂੰ ਇਹ ਗੱਲ ਬਾਰ-ਬਾਰ ਪੁੱਛੀ ਜਾਂਦੀ ਸੀ ਕਿ ਤੂੰ ਤਾਂ ਸਾਇੰਸ ਦੀ ਸਟੂਡੈਂਟ ਹੈ, ਤੈਨੂੰ ਲੱਗਦਾ ਆ ਕਿ ਕਿਸੇ ਦਾ ਸਿਰ ਕੱਟਿਆ ਹੋਵੇ ਉਹ ਇੰਝ ਲੜ ਸਕਦਾ ਹੈ? ਤਾਂ ਮੈਨੂੰ ਲੱਗਦਾ ਸੀਗਾ ਕਿ ਨਹੀਂ ਲੜ ਸਕਦਾ। ਫਿਰ ਮੇਰੇ ਹੱਥ 'ਚ ਸਾਇੰਸ ਦੀ ਹੀ ਗੱਲ ਆਉਂਦੀ ਆ ਕਿ ਸਾਇੰਸ ਮੈਨੂੰ ਕੀ ਕਹਿੰਦੀ ਆ। ਹੁਣ ਸਾਇੰਸ ਜਿਹੜੀ ਹੈ ਨਾ ਉਹ ਸਭ ਤੋਂ ਪਹਿਲੀ ਗੱਲ ਤਾਂ ਆ ਵਾਲਟ ਡਿਸਨੀ ਦਾ ਮੈਂ ਇੱਕ ਛੋਟਾ ਜਿਹਾ ਕੋਟ ਬੋਲਦੀ ਹਾਂ। ਉਹ ਸਿੱਧਾ ਕਹਿੰਦਾ ਹੈ ਕਿ ਇਫ ਯੂ ਕੈਨ ਡਰੀਮ ਇਟ ਯੂ ਕੈਨ ਡੂ ਇਟ। ਵਾਲਟ ਡਿਸਨੀ। ਪਰ ਚਲੋ ਆਪਾਂ ਵਾਲਟ ਡਿਸਨੀ ਨੂੰ ਸਾਈਡ 'ਤੇ ਰੱਖ ਦਿੰਦੇ ਹਾਂ ਕਿ ਉਹ ਇੱਕ
ਇਮੋਸ਼ਨਲ ਜਾਂ ਮੋਟੀਵੇਸ਼ਨਲ ਗੱਲ ਹੋ ਸਕਦੀ ਆ। ਪਰ ਉਸ ਤੋਂ ਅੱਗੇ ਜਿਹੜਾ ਇੱਕ ਇੰਪੋਰਟੈਂਟ ਨਾਮ ਆ ਉਹ ਹੈ ਨਿਕੋਲਾ ਟੈਸਲਾ। ਹੁਣ ਨਿਕੋਲਾ ਟੈਸਲਾ ਕੌਣ ਹੈ? ਇਹ ਵੀ ਬਹੁਤੇ ਲੋਕਾਂ ਨੂੰ ਜਿਹੜੇ ਸਾਇੰਸ ਦੇ ਨਾਲ ਰਿਲੇਟਡ, ਉਹਨਾਂ ਨੂੰ ਨਿਕੋਲਾ ਟੈਸਲਾ ਦੀ ਮੈਨੂੰ ਕੋਈ ਵੀ ਡੈਫੀਨੇਸ਼ਨ ਦੇਣ ਦੀ ਜਾਂ ਉਹਨਾਂ ਨੂੰ ਇੰਟਰੋਡਕਸ਼ਨ ਦੇਣ ਦੀ ਲੋੜ ਨਹੀਂ। ਆਲਟਰਨੇਟਿੰਗ ਕਰੰਟ ਦੇ ਵਿੱਚ ਇੱਕ ਨਾਮ ਨਿਕੋਲਾ ਟੈਸਲਾ, ਤੁਸੀਂ ਸਿਰਫ ਆਪਣੇ ਗੂਗਲ ਦੇ ਉੱਪਰ ਟਾਈਪ ਕਰਕੇ ਦੇਖਿਓ ਕਿ ਹੂ ਇਜ਼ ਨਿਕੋਲਾ ਟੈਸਲਾ ਐਂਡ ਯੂ ਵਿਲ ਅੰਡਰਸਟੈਂਡ ਕਿ ਸਾਇੰਸ ਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ ਤਾਂ ਨਿਕੋਲਾ ਟੈਸਲਾ ਨਾਲੋਂ ਘੱਟੋ ਘੱਟ ਮੈਂ ਸਾਇੰਟੀਫਿਕ ਨਹੀਂ ਹੋ ਸਕਦੀ। ਉਸ ਦੀ ਕਿਤਾਬ ਹੈ ਮਾਈ ਇਨਵੈਂਸ਼ਨਸ ਦੀ ਆਟੋਬਾਇਓਗ੍ਰਾਫੀ ਆਫ ਨਿਕੋਲਾ ਟੈਸਲਾ। ਤੁਸੀਂ ਉਸ ਕਿਤਾਬ ਨੂੰ ਪੜ੍ਹੋ ਐਂਡ ਯੂ ਵਿਲ ਅੰਡਰਸਟੈਂਡ, ਯੂ ਵਿਲ ਰਿਅਲਾਈਜ਼ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਨਾ ਇਹ ਹੋ ਨਹੀਂ ਸਕਦਾ, ਉਹ ਬੇਸਿਕਲੀ ਸਾਡੀ ਮੂਰਖਤਾ ਹੀ ਹੁੰਦੀ ਆ। ਉਹ ਨਿਕੋਲਾ ਟੈਸਲਾ ਕੀ ਕਹਿੰਦਾ ਆ? ਉਹ ਕਹਿੰਦਾ ਕਿ all that was great in the past was ridiculed, condemned, combated, suppressed, only to emerge all the more powerfully, all the more triumphantly from the struggle. ਹੁਣ ਉਹ ਕਹਿੰਦਾ ਜੋ ਕੁਛ ਵੀ ਪਾਸਟ ਵਿੱਚ ਸੀਗਾ ਉਹ ਸਾਰੇ ਦਾ ਮਜ਼ਾਕ ਉਡਾਇਆ ਗਿਆ, ਖਿੱਲੀ ਉਡਾਈ ਗਈ, ਉਹਨੂੰ ਕੰਡੈਮ ਕੀਤਾ ਗਿਆ ਕਿ ਇਹ ਤਾਂ ਹੋ ਹੀ ਨਹੀਂ ਸਕਦਾ। ਕਿਉਂ? ਕਿਉਂਕਿ ਅਸੀਂ ਆਪ ਇਸ ਸਟਰਗਲ ਦੇ ਵਿੱਚ, ਪਾਸਟ ਐਂਡ ਪ੍ਰੈਜ਼ੈਂਟ ਦੀ ਸਟਰਗਲ ਦੇ ਵਿੱਚ ਵਿਜੇਤਾ ਦੀ ਤਰ੍ਹਾਂ ਨਿਕਲ ਕੇ ਆਉਣਾ ਚਾਹੁੰਦੇ ਸੀ। ਇਹ ਨਿਕੋਲਾ ਟੈਸਲਾ ਕਹਿ ਰਿਹਾ ਆ। ਹੁਣ ਨਿਕੋਲਾ ਟੈਸਲਾ ਜਿਹੜਾ ਕਿ ਆਲਟਰਨੇਟਿੰਗ ਕਰੰਟ ਦੀ ਗੱਲ ਕਰਦਾ ਆ ਕਿ ਕਿਸ ਤਰੀਕੇ ਨਾਲ, ਮੈਂ ਸਾਇੰਸ ਦੀ ਗੱਲ ਤਾਂ ਕਰਦੀ ਕਿਉਂਕਿ ਅੱਜ ਕੱਲ੍ਹ ਜਿਹੜੇ ਸਾਡੇ ਸੋ ਕਾਲਡ ਲੌਜੀਕਲ ਫੈਂਸੀ ਆਈਡੀਆਜ਼ ਨੂੰ ਲੈ ਕੇ ਆਉਂਦੇ ਆ ਨਾ ਸਾਹਮਣੇ, ਭਾਵੇਂ ਚਾਹੇ ਉਹ ਇੰਟਲੈਕਚੁਅਲ ਹੋਣ, ਚਾਹੇ ਉਹ ਅਸੀਂ ਇੱਕ 20 ਰੁਪਏ ਦੇ ਪਿੱਛੇ ਰੁਪਈਏ ਨੂੰ ਫੜ ਲੈਂਦੇ ਹਾਂ ਕਿ ਉਦੋਂ ਤਾਂ ਰੁਪਈਏ ਹੁੰਦੇ ਹੀ ਨਹੀਂ ਸੀ ਜੀ, ਉਹ ਰੁਪਈਏ ਨਹੀਂ ਹੁੰਦੇ ਸੀ, ਭਲਿਓ ਮਾਨਸੋ ਕੁਛ ਤਾਂ ਹੁੰਦਾ ਸੀ, ਪਰ ਅਸੀਂ ਉਹ ਨਹੀਂ, ਅਸੀਂ ਸਿਰਫ ਲਿਟਰਲ ਮੀਨਿੰਗ ਦੇ ਵਿੱਚ ਦੇਖਣਾ ਕਿ ਮੈਂ ਇਹ ਕਿੱਥੇ ਦੱਸ ਸਕਦਾ ਕਿ ਮੈਂ ਬੜਾ ਇੰਟੈਲੀਜੈਂਟ ਹਾਂ, ਮੈਂ ਇਹ ਕਿੱਥੇ ਦੱਸ ਸਕਦਾ। ਜਦ ਕਿ ਸਾਨੂੰ ਇਹ ਚਾਹੀਦਾ ਸੀ, ਸਾਨੂੰ ਦੇਖਣਾ ਸੀ ਭਾਵ ਕਿ ਉਹਨਾਂ 20 ਰੁਪਈਆਂ ਦੇ ਵਿੱਚੋਂ ਰੁਪਈਏ ਸੀ ਜਾਂ ਨਹੀਂ ਸੀ, ਉਹ ਇੱਕ ਸੈਪਰੇਟ ਇਸ਼ੂ ਆ। ਕੁਛ ਤਾਂ ਸੀਗਾ, 20 ਨਾ ਵੀ ਹੋਣ, 5 ਪੈਸੇ ਹੀ ਹੋਣ, ਪੈਸੇ ਵੀ ਨਾ ਹੋਣ, ਕੁਛ ਤਾਂ ਹੋਵੇ। ਜੋ ਵੀ ਹੋਊਗਾ, ਚਾਹੇ ਉਹਨਾਂ ਨੇ ਠੀਕਰੀਆਂ ਦਾ ਹੀ ਉਹ ਲੰਗਰ ਕਿਉਂ ਨਾ ਦਿੱਤਾ ਹੋਵੇ, ਕਿ ਉਸ ਟਾਈਮ 'ਤੇ ਠੀਕਰੀਆਂ ਚੱਲਦੀਆਂ ਹੋਣ, ਸਾਨੂੰ ਉਸ ਫਲਸਫੇ ਦੇ ਪਿੱਛੇ ਜਾਣਾ ਸੀ, ਸਾਨੂੰ ਉਹਦੇ ਪਿੱਛੇ ਜਿਹੜਾ ਇੱਕ ਸਿਧਾਂਤ ਸੀ ਨਾ, ਸਾਨੂੰ ਉਹਦੇ ਵੱਲ ਜਾਣਾ ਸੀ। ਅਸੀਂ ਉਹ ਸਿਧਾਂਤ ਨਹੀਂ ਦੇਖਿਆ, ਅਸੀਂ ਉਹ ਰੁਪਈਏ ਦੇ ਨਾਲ ਅਸੀਂ ਕੰਨ ਮਰੋੜ ਕੇ ਕਿ ਤੁਸੀਂ ਰਿਸਰਚ ਕੀਤੀ ਰੁਪਈਆ ਕਦੋਂ ਸ਼ੁਰੂ ਹੋਇਆ ਆ। ਹੁਣ ਇਸ ਤਰੀਕੇ ਨਾਲ ਤੁਸੀਂ ਇਹ ਰਿਸਰਚ ਕੀਤੀ ਕਿ ਜਿਹੜੀਆਂ ਵੀ ਚੀਜ਼ਾਂ ਸਾਨੂੰ ਅੱਜ ਲੱਗਦੀਆਂ ਆ ਕਿ ਇਹ ਪੋਸੀਬਲ ਹੈਗੀਆਂ, ਉਹ ਕਿਸੇ ਜ਼ਮਾਨੇ ਵਿੱਚ ਲੋਕਾਂ ਨੂੰ ਲੱਗਦੀਆਂ ਹੋਣਗੀਆਂ ਨਹੀਂ ਪੋਸੀਬਲ। ਐਂਡ ਸਿਮਿਲਰਲੀ ਜਿਹੜੀਆਂ ਸਾਨੂੰ ਅੱਜ ਲੱਗਦੀਆਂ ਕਿ ਪੋਸੀਬਲ ਨਹੀਂ ਹੈ, ਉਹ ਕਿਸੇ ਜ਼ਮਾਨੇ 'ਚ ਲੱਗਦੀਆਂ ਹੋਣਗੀਆਂ ਕਿ ਪੋਸੀਬਲ ਆ। ਇਸੇ ਗੱਲ ਨੂੰ ਫਿਰ ਮੈਂ ਨਿਕੋਲਾ ਟੈਸਲਾ ਦੀ ਹੀ ਗੱਲ ਕਰਦੀ ਹਾਂ ਕਿ ਉਹ ਜਦੋਂ ਉਹੋ ਜਿਹਾ ਬੰਦਾ ਇਹ ਕਹਿੰਦਾ ਹੈ ਨਾ ਕਿ ਪੁਰਾਣੀਆਂ ਜੋ ਵੀ ਮਹਾਤਮ ਸੀਗੇ ਉਹਨਾਂ ਨੂੰ ਇਸ ਕਰਕੇ ਕੰਬੈਟ ਕੀਤਾ ਗਿਆ, ਉਹਨਾਂ ਨੂੰ ਇਸ ਕਰਕੇ ਡੀਮੀਨ ਕੀਤਾ ਜਾਂਦਾ ਹੈ ਤਾਂ ਕਿ ਜਿਹੜਾ ਪ੍ਰੈਜ਼ੈਂਟ ਆ ਉਹ ਜ਼ਿਆਦਾ ਵਿਜੇਤਾ ਬਣ ਕੇ ਸਾਹਮਣੇ ਆਏ। ਤਾਂ ਮੈਂ ਇਸ ਗੱਲ ਦੇ ਵਿੱਚੋਂ ਇਸੇ ਮੁਸ਼ਕਿਲ ਦੇ ਨਾਲ ਜਦੋਂ ਆਪਾਂ ਜਦ ਤੱਕ ਇਹ ਗੱਲ ਆਪਾਂ ਨਹੀਂ ਸਮਝਦੇ ਤਾਂ ਸਾਨੂੰ ਇਹੋ ਜਿਹੀਆਂ ਮੁਸ਼ਕਿਲਾਂ ਆਉਣੀਆਂ ਹੀ ਆਉਣੀਆਂ ਆ। ਤੁਹਾਨੂੰ ਸ਼ਬਦ ਨਾਲ ਜੁੜਨਾ ਸੀ, ਤੁਹਾਨੂੰ ਇਹ ਦੇਖਣਾ ਸੀ ਕਿ ਤੁਹਾਡਾ ਗੁਰੂ ਕਿਆ ਇਹੋ ਜਿਹਾ ਕੋਈ ਫਲਸਫਾ ਦਿੰਦਾ ਆ। ਜੇ ਗੁਰੂ ਕਹਿੰਦਾ ਆ ਕਿ ਜਾਂ ਤਾਂ ਉਹ ਪ੍ਰੇਮ ਖਿਲਣ ਕਾ ਚਾਓ ਸਿਰ ਧਰ ਤਲੀ ਗਲੀ ਮੋਰੀ ਆਓ, ਅਤੇ ਤੁਹਾਨੂੰ ਮੰਨਣਾ ਸੀ ਕਿ ਲੋਕ ਸਿਰ ਜਿਹੜੇ ਆ ਉਹ ਤਲੀ ਦੇ ਉੱਤੇ ਧਰ ਕੇ ਆ ਸਕਦੇ ਆ, ਕਿਉਂਕਿ ਸ਼ਬਦ ਵੱਡਾ ਹੋਣਾ ਸੀ। ਕੋਈ ਇੱਕ ਕਿਰਨਪ੍ਰੀਤ ਜਾਂ ਕੋਈ ਵੀ XYZ ਕੋਈ ਵੱਡਾ ਨਹੀਂ ਸੀ ਹੋਣਾ। ਹੁਣ ਇਹਦੇ ਵਿੱਚੋਂ ਹੀ ਜਦੋਂ ਤੁਹਾਡੇ ਕੋਲ ਇਹੋ ਜਿਹਾ ਇੱਕ ਬਿਲੀਫ ਸਿਸਟਮ ਬਣ ਜਾਂਦਾ ਨਾ, ਉਦੋਂ ਤੁਸੀਂ ਕਹਿਣਾ ਸੀ, ਉਦੋਂ ਤੁਸੀਂ ਉਹ ਲੋਕ ਬਣ ਜਾਣਾ ਸੀ ਜਿਨ੍ਹਾਂ ਬਾਰੇ ਗੁਰੂ ਮਹਾਰਾਜ ਕਹਿੰਦੇ ਆ ਇਤ ਮਾਰਗ ਪੈਰ ਧਰੀਜੇ ਸਿਰ ਦੀਜੇ ਕਾਣ ਨਾ ਕੀਜੇ। ਉਦੋਂ ਤੁਸੀਂ ਉਹ ਬਣਨਾ ਸੀਗਾ ਕਿ ਜਿਨ੍ਹਾਂ ਨੇ ਇਸ ਮਾਰਗ ਦੇ ਉੱਤੇ ਪੈਰ ਧਰਤਾ, ਬਸ ਫਿਰ ਉਹਨਾਂ ਦਾ ਇੱਕ ਫਾਈਨਲ ਫੈਸਲਾ ਆ। ਔਰ ਜੇ ਅਸੀਂ ਇਹੋ ਜਿਹੇ ਬਣ ਜਾਂਦੇ ਨਾ, ਫਿਰ ਸਾਡੇ ਸਾਹਮਣੇ ਇਹ ਚੁਣੌਤੀਆਂ ਨਹੀਂ ਸੀ ਆਉਣੀਆਂ ਕਿ ਆ ਜੀ RSS ਵਾਲੇ ਆ ਗਏ ਜੇ, ਆ ਸਾਨੂੰ ਕ੍ਰਿਸਚਨ ਕਨਵਰਜਨਸ ਹੋਣ ਲੱਗ ਗਈਆਂ, ਬਾਦਲਾਂ ਦਾ ਕਬਜ਼ਾ ਹੋ ਗਿਆ, ਫਿਰ ਸਾਨੂੰ ਇਹੋ ਜਿਹੀਆਂ ਪਰੇਸ਼ਾਨੀਆਂ ਨਹੀਂ ਸੀ ਹੋਣੀਆਂ, ਕਿਉਂਕਿ ਉਦੋਂ ਮੇਰਾ ਜਿਹੜਾ ਗਾਈਡ, ਮੇਰਾ ਮੈਂਟਰ, ਮੇਰਾ ਗੁਰੂ ਸ਼ਬਦ ਹੋਣਾ ਸੀ, ਇਨਸਾਨ ਨਹੀਂ ਸੀ ਹੋਣਾ। ਮੈਂ ਇਨਸਾਨੀ ਗੱਲਾਂ ਦੇ ਵਿੱਚ ਕਨਫਿਊਜ਼ ਨਹੀਂ ਸੀ ਹੋਣਾ, ਮੈਂ ਫੈਂਸੀ ਆਈਡੀਆਜ਼ ਵੱਲ ਅਟਰੈਕਟ ਨਹੀਂ ਸੀ ਹੋਣਾ। ਹਮੇਸ਼ਾ ਫੈਂਸੀ ਆਈਡੀਆਜ਼ ਅਟਰੈਕਟ ਕਰਨਗੇ। ਮੈਂ ਕੋਈ ਇੱਕ ਬੜਾ ਫੈਂਸੀਫੁਲ ਆਈਡੀਆ ਤੁਹਾਨੂੰ ਦੇ ਦਾਂ ਨਾ, ਕੋਈ ਬੜੇ ਹੈਵੀ ਵਰਡ ਤੁਹਾਨੂੰ ਦੇ ਦਾਂ, ਤੁਸੀਂ ਕਹਿਣਾ ਵੀ ਇਹ ਬੀਬੀ ਬਹੁਤ ਇੰਟੈਲੀਜੈਂਟ ਆ, ਪੱਲੇ ਪੁੱਲੇ ਕੁਛ ਨਹੀਂ ਹੁੰਦਾ ਸਾਡੇ ਵਰਗਿਆਂ ਦੇ। ਖੈਰ ਉਹ ਜਿਹੜਾ ਹੁਣ ਉਸੇ ਵਿਸ਼ਵਾਸ ਦੀ ਹੀ ਗੱਲ ਜ਼ਰੂਰੀ ਨਹੀਂ ਹੁੰਦਾ। ਹੁਣ ਇਹਦੇ ਵਿੱਚ ਇੱਕ ਅੱਗੇ ਚੱਲ ਜਾਈਏ ਕਿ ਜੇ ਉਹ ਵਿਸ਼ਵਾਸ ਆ ਜਾਂਦਾ, ਤੁਸੀਂ ਸ਼ਬਦ ਗੁਰੂ ਦੇ ਲੜ ਲੱਗ ਜਾਂਦੇ। ਹੁਣ ਵਿਸ਼ਵਾਸ ਤੁਹਾਡਾ ਹੈ, ਇਹਦੇ ਵਿੱਚ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਊਂਗੀ ਕਿ
ਇੱਕ ਭਾਈ ਸਾਹਿਬ ਭਾਈ ਧੁੰਦਾ ਜੀ ਹੈਗੇ ਆ ਇੱਕ, ਅਤੇ ਉਹਨਾਂ ਦੀ ਕੋਈ ਇੱਕ ਵੀਡੀਓ ਹੈ, ਉਹਦੇ ਵਿੱਚ ਉਹ ਕਿਸੇ ਆਮ ਉਹਨਾਂ ਦੀ ਫੇਸ ਨਹੀਂ ਆਉਂਦਾ, ਜਿਨ੍ਹਾਂ ਉਹ ਸਿੱਖਾਂ ਦੇ ਨਾਲ ਸ਼ਾਇਦ ਉਹ ਵਿਚਾਰ ਵਟਾਂਦਰਾ ਕਰ ਰਹੇ, ਜੋ ਕਿ ਹੋਣਾ ਵੀ ਚਾਹੀਦਾ। ਅਤੇ ਉਹ ਸਿੱਖ ਜਿਹੜੇ ਉਹ ਕਹਿ ਰਹੇ ਕਿ ਨਹੀਂ, ਜੋ ਕੁਛ ਗੁਰਬਾਣੀ 'ਚ ਲਿਖਿਆ ਉਹ ਲਿਟਰਲੀ ਟਰੂ ਆ, ਅਤੇ ਉਹ ਕਹਿ ਰਹੇ ਕਿ ਨਹੀਂ, ਉਹਨਾਂ ਦੇ ਭਾਵ ਲਓ, ਦੋਨੋਂ ਹੀ ਆਪਣੀ ਆਪਣੀ ਜਗ੍ਹਾ 'ਤੇ ਬਿਲਕੁਲ ਸਹੀ ਆ। ਅਤੇ ਉਹ ਉਹਨਾਂ ਨੂੰ ਕਹਿ ਰਹੇ ਆ, ਸ਼ਾਇਦ ਤੁਹਾਡੇ ਤੱਕ ਇਹ ਗੱਲ ਪਹੁੰਚੀ ਵੀ ਹੋਵੇ ਕਿ ਅੱਛਾ ਫਿਰ ਦੱਸੋ, ਗੁਰਬਾਣੀ ਤਾਂ ਕਹਿੰਦੀ ਆ ਕਿ ਜਿਹੜੀ ਮੱਛੀ ਆ ਉਹ ਬਾਹਰ ਪੇੜ ਦੇ ਉੱਤੇ ਚੜ੍ਹ ਕੇ ਵੀ ਜਿਹੜੇ ਆਂਡੇ ਦਿੰਦੀ ਆ, ਦੇ ਸਕਦੀ ਆ, ਇੱਦਾਂ ਹੋ ਸਕਦਾ? ਅਤੇ ਉਹ ਅੱਗੋਂ ਜਿਹੜੇ ਭਲੇ ਮਾਨਸ ਜਿਹੜੇ ਸਾਡੇ ਸਿੱਖ ਆ ਨਾ, ਉਹ ਅੱਗੋਂ ਕਹਿੰਦੇ ਆ ਕਿ ਹਾਂਜੀ, ਜੇ ਗੁਰੂ ਚਾਹੇ ਤਾਂ ਜ਼ਰੂਰ ਹੋ ਸਕਦਾ। ਹੁਣ ਇੱਥੇ ਉੱਥੋਂ ਫਿਰ ਬਾਕੀ ਜਿਹੜੇ ਆ ਉਹ ਸਾਰੇ ਜ਼ੋਰ ਜ਼ੋਰ ਦੀ ਹੱਸ ਪੈਂਦੇ ਆ। ਔਰ ਉਸ ਤੋਂ ਬਾਅਦ ਇੱਕ ਬੜੇ ਹੀ ਇੰਟੈਲੀਜੈਂਟ ਇੰਟਲੈਕਚੁਅਲ ਕਿਸੇ ਟੀਮ ਨੇ ਬਕਾਇਦਾ ਡਿਸਕਵਰੀ ਦੀ ਇੱਕ ਚੀਜ਼ ਅੱਗੇ ਪੇਸ਼ ਕੀਤੀ, ਡਿਸਕਵਰੀ ਦੀ ਇੱਕ ਵੀਡੀਓ ਪੇਸ਼ ਕੀਤੀ, ਜਿਹਦੇ ਵਿੱਚ ਕਿ ਬਕਾਇਦਾ ਇਹ ਦਿਖਾਇਆ ਕਿ ਹਾਂਜੀ, ਮੱਛੀ ਦੀ ਇੱਕ ਕਿਸਮ ਹੈ ਜੋ ਵਾਕਈ ਬਾਹਰ ਨਿਕਲਦੀ ਆ ਔਰ ਪੇੜ ਦੇ ਉੱਤੇ ਆਂਡੇ ਦਿੰਦੀ ਆ। ਉਹਨਾਂ ਨੇ ਇਹ ਸ਼ੋਅ ਕਰਤਾ, ਉਹਨਾਂ ਨੇ ਡਿਸਕਵਰੀ ਦੀ ਇੱਕ ਵੀਡੀਓ ਲੈ ਕੇ ਪ੍ਰੂਵ ਕਰ ਦਿੱਤਾ। ਹੁਣ ਇੱਥੇ ਗੱਲ ਸਮਝਣ ਵਾਲੀ ਕੀ ਆ, ਨਾ ਤਾਂ ਮੈਂ ਧੁੰਦੇ ਹੋਣਾ ਨੂੰ ਕ੍ਰਿਟੀਸਾਈਜ਼ ਕਰ ਰਹੀ ਹਾਂ, ਠੀਕ ਆ, ਉਹਨਾਂ ਦੀ ਆਪਣੀ ਜੋ ਵੀ ਉਹਨਾਂ ਦੇ ਵਿੱਚੋਂ ਨਿਕਲਿਆ ਓਕੇ, ਨਾ ਮੈਂ ਉਹਨਾਂ ਸਿੱਖਾਂ ਦੀ ਕੋਈ ਗੱਲ ਕਰ ਰਹੀ ਹਾਂ ਜਿਹੜੇ ਉਹ ਗੱਲ ਕਹਿ ਰਹੇ ਸੀਗੇ। ਹੁਣ ਗੱਲ ਕੀ ਆ ਕਿ ਉਹਨਾਂ ਦਾ ਵਿਸ਼ਵਾਸ ਤਾਂ ਸੀ, ਪਰ ਜਿਹੜੀ ਗੋਸ਼ਟੀ ਦੀ ਸਥਿਤੀ ਸੀ ਨਾ, ਉਹ ਨਹੀਂ ਪਾ ਸਕੇ। ਤਾਂ ਹੀ ਉਹਨਾਂ ਨੇ ਕਿਹਾ ਹਾਂਜੀ ਠੀਕ ਆ ਜੀ, ਜੇ ਸਾਡੇ ਗੁਰੂ ਨੇ ਕਿਹਾ ਉਹ ਠੀਕ ਆ। ਜੇ ਆਪਾਂ ਵਾਕਈ ਗੁਰਬਾਣੀ ਨੂੰ ਇਨ ਡੈਪਥ ਰੀਡ ਕੀਤਾ ਹੁੰਦਾ, ਐਨਾਲਾਈਜ਼ ਕੀਤਾ ਹੁੰਦਾ, ਤਾਂ ਸਾਡੇ ਕੋਲ ਪ੍ਰੋਪਰ ਜਵਾਬ ਹੋਣੇ ਸੀ। ਪਰ ਐਨੀ ਹਾਓ ਜਵਾਬ ਨਹੀਂ ਵੀ ਕਈ ਵਾਰੀ ਹੁੰਦੇ, ਕੋਈ ਬਹੁਤ ਵੱਡੀ ਗੱਲ ਨਹੀਂ ਹੈ, ਜ਼ਰੂਰੀ ਨਹੀਂ ਕਿ ਆਪਾਂ ਨੂੰ ਸਾਰਾ ਕੁਛ ਪਤਾ ਹੁੰਦਾ। ਪਰ ਜਿਹੜੀ ਆਪਣੀ ਇਹ ਕਿੰਤੂ ਪਰੰਤੂ ਵਾਲੀ ਗੱਲ ਹੈ ਨਾ, ਕਿ ਮੈਂ ਗੁਰਬਾਣੀ 'ਚ ਇੱਥੇ ਕਿੰਤੂ ਕਰਾਂ ਉੱਥੇ ਕਰਾਂ, ਉਹ ਕਿਉਂ ਆਉਂਦੀ ਆ? ਕਿਉਂਕਿ ਸਾਨੂੰ ਲੱਗਦਾ ਆ ਕਿ ਸਾਡਾ ਜਿਹੜਾ ਇੰਟਲੈਕਟ ਹੈ, ਜੋ ਸਾਨੂੰ ਸਮਝ ਆਉਂਦੀ ਹੈ, ਜੋ ਮੇਰਾ ਦਿਮਾਗ ਹੈ, ਉਹ ਦੁਨੀਆ ਦਾ ਸਭ ਤੋਂ ਖੂਬਸੂਰਤ ਦਿਮਾਗ ਆ, ਜਾਂ ਉਹ ਸਭ ਤੋਂ ਵੱਡਾ ਦਿਮਾਗ ਹੈ। ਮੈਂ ਸਭ ਕੁਛ ਪੜ੍ਹ ਲਿਆ, ਯਕੀਨ ਮੰਨਿਆ ਜੇ, ਇਸ ਦੁਨੀਆ ਦੇ ਉੱਤੇ ਹੀ ਇੰਨਾ ਕੁਛ ਹੈ ਕਿ ਆਪਾਂ ਨੂੰ ਪਤਾ ਹੀ ਨਹੀਂ। ਅਸੀਂ ਉਹ ਲੋਕ ਹਾਂ ਜਿਹੜੇ ਆਪਣੇ ਘਰ ਦੇ ਵਿੱਚ ਬੈਠੇ, ਜੇ ਤੁਹਾਨੂੰ ਕੋਈ ਸਪੋਂਸਰਸ਼ਿਪਸ ਹੈਗੀਆਂ ਤਾਂ ਤੁਸੀਂ ਵੱਧ ਤੋਂ ਵੱਧ 60-70 ਦੇਸ਼ ਘੁੰਮ ਲਏ ਹੋਣਗੇ, ਪੂਰੀ ਧਰਤੀ ਵੀ ਅਸੀਂ ਨਹੀਂ ਘੁੰਮ ਪਾਉਂਦੇ। ਅਤੇ ਅਸੀਂ ਆਪਣੇ ਇੱਕ ਛੋਟੇ ਜਿਹੇ ਉਹ ਘੋਰਨੇ 'ਚ ਬੈਠ ਕੇ ਅਸੀਂ ਇਹ ਕਹਿ ਦਿੰਦੇ ਹਾਂ ਕਿ ਸਾਨੂੰ ਪੂਰੀ ਦੁਨੀਆ ਦਾ ਪਤਾ ਆ। ਮੈਂ ਕ੍ਰਿਟੀਸਾਈਜ਼ ਇਹ ਨਹੀਂ ਕਰ ਰਹੀ ਕਿ ਤੁਸੀਂ ਕਿੰਤੂ ਨਾ ਕਰੋ, ਕੁਐਸਚਨ ਕਰੋ, ਬਟ ਜੇ ਤੁਹਾਨੂੰ ਕੋਈ ਅਗਲਾ ਲੌਜਿਕ ਦਿੰਦਾ ਹੈ ਜਾਂ ਨਹੀਂ ਦੇ ਪਾਉਂਦਾ, ਟਰਾਈ ਐਂਡ ਰਿਸਪੈਕਟ ਬੋਥ ਦ ਵੇਜ਼। ਹਰ ਤਰੀਕੇ ਨਾਲ ਰਿਸਪੈਕਟ ਕਰਨ ਦੀ ਕੋਸ਼ਿਸ਼ ਤਾਂ ਕਰੋ। ਖੈਰ, ਆਪਾਂ ਅੱਗੇ ਚੱਲੀਏ। ਹੁਣ ਫਿਰ ਮੈਂ ਨਿਕੋਲਾ ਟੈਸਲਾ ਨੂੰ ਕੋਟ ਕਰੂੰਗੀ। ਨਿਕੋਲਾ ਟੈਸਲਾ ਇੱਕ ਜਗ੍ਹਾ 'ਤੇ ਬੋਲਦਾ ਹੈ, ਮਾਈ ਬ੍ਰੇਨ ਇਜ਼ ਓਨਲੀ ਅ ਰਿਸੀਵਰ ਇਨ ਦ ਯੂਨੀਵਰਸ, ਦੇਅਰ ਇਜ਼ ਅ ਕੋਰ ਫਰੋਮ ਵਿਚ ਵੀ ਓਬਟੇਨ ਨੌਲੇਜ, ਸਟਰੈਂਥ ਐਂਡ ਇੰਸਪੀਰੇਸ਼ਨ। ਹੁਣ ਉਹ ਕਹਿੰਦਾ ਕਿ ਮੇਰਾ ਦਿਮਾਗ ਜਿਹੜਾ ਹੈ ਨਾ, ਉਹ ਸਿਰਫ ਰਿਸੀਵਰ ਹੈ। ਜੇ ਹੁਣ ਇਸੇ ਗੱਲ ਨੂੰ ਤੁਸੀਂ ਸਮਝ ਲੈਂਦੇ ਤਾਂ ਸ਼ਾਇਦ ਤੁਹਾਡੀ ਈਗੋ ਐਡੀ ਵੱਡੀ ਨਹੀਂ ਸੀ ਹੋਣੀ, ਕਿਸੇ ਦੀ ਵੀ ਨਹੀਂ ਸੀ ਹੋਣੀ। ਤੁਹਾਨੂੰ ਇਹ ਨਹੀਂ ਸੀ ਲੱਗਣਾ ਕਿ ਜੋ ਮੈਂ ਕਹਿ ਰਿਹਾ ਉਹ ਠੀਕ ਆ। ਫਿਰ ਤੁਸੀਂ ਬਾਰ-ਬਾਰ ਸ਼ਬਦ ਗੁਰੂ ਦੇ ਲੜ ਲੱਗਣਾ ਸੀ। ਹੁਣ ਚੱਕਰ ਕੀ ਆ ਨਾ, ਕਿ ਤੁਹਾਨੂੰ ਇਹ ਲੱਗਦਾ ਆ ਜਾਂ ਮੈਨੂੰ ਇਹ ਲੱਗਦਾ ਆ ਕਿ ਮੈਂ ਜੋ ਕਹਿ ਰਹੀ ਹਾਂ ਉਹ ਅਲਟੀਮੇਟ ਰਿਐਲਿਟੀ ਆ। ਉਸ ਅਲਟੀਮੇਟ ਰਿਐਲਿਟੀ ਨੂੰ ਮੈਂ ਅੱਗੇ ਤੱਕ ਪਹੁੰਚਾਉਣ ਲਈ ਉਹਨੂੰ ਮੈਨੀਪੂਲੇਟ ਕਰਦੀ ਹਾਂ, ਜਾਂ ਉਹਨੂੰ ਜਿਸ ਤਰੀਕੇ ਨਾਲ ਵੀ ਕਰਦੀ ਹਾਂ, ਔਰ ਬਾਕੀਆਂ ਨੂੰ ਡੀਮੀਨ ਕਰਨ ਦੀ ਕੋਸ਼ਿਸ਼ ਕਰਦੀ ਹਾਂ, ਇਨਸਲਟ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਔਰ ਉਹ ਇਨਸਲਟ ਹੋ ਕੇ ਜਿਹੜੇ ਤਾਂ ਮੇਰੀ ਗੱਲ ਦੇ ਨਾਲ ਸਹਿਮਤ ਨਹੀਂ ਆ, ਉਹ ਫਿਰ ਮੈਂ ਉਹਨਾਂ ਨੂੰ ਕਹਿ ਦਿੰਦੀ ਇਹ ਤਾਂ ਛੱਡੋ, ਇਹ ਤਾਂ ਮੂਰਖ ਨੇ, ਇਹ ਜੋ ਵੀ ਆ। ਔਰ ਜਿਹੜੇ ਮੇਰੀ ਗੱਲ ਨਾਲ ਸਹਿਮਤ ਹੋ ਜਾਂਦੇ ਆ, ਉਹ ਫਿਰ ਮੇਰੇ ਨਾਲ ਅਟੈਚ ਹੋ ਜਾਂਦੇ ਆ, ਉਹ ਮੇਰੀ ਦੇਹ ਨਾਲ ਅਟੈਚ ਹੋ ਜਾਂਦੇ ਆ। ਉਹ ਜਿਹੜੀ ਇੱਕ ਕਿਰਨਪ੍ਰੀਤ ਕੌਰ ਦਾ ਇੱਕ ਜਿਹੜਾ ਆਹ ਮਾਸ ਦਾ ਟੁਕੜਾ ਆ ਨਾ, ਜਿਹੜਾ ਬੋਲ ਰਿਹਾ ਆ, ਉਹਦੇ ਨਾਲ ਅਟੈਚ ਹੋ ਜਾਂਦੇ ਆ, ਉਹ ਸ਼ਬਦ ਨਾਲ ਅਟੈਚ ਨਹੀਂ ਹੁੰਦੇ। ਸਾਨੂੰ ਇਹ ਚਾਹੀਦਾ ਹੈ ਕਿ ਜਦੋਂ ਵੀ ਸਾਡੇ ਉੱਤੇ ਕੋਈ ਕਿੰਤੂ ਹੋਏ, ਅਸੀਂ ਗੁਰੂ ਨੂੰ ਪੁੱਛੀਏ। ਸਾਡਾ ਸ਼ਬਦ ਗੁਰੂ ਆ, ਅਸੀਂ ਉਹਨੂੰ ਪੁੱਛੀਏ ਕਿ ਗੁਰੂ ਮਹਾਰਾਜ, ਮੈਨੂੰ ਆਹ ਗੱਲ ਇਵੇਂ ਸਮਝਾਈ ਗਈ ਹੈ, ਤੁਸੀਂ ਮੈਨੂੰ ਦੱਸੋ ਕਿ ਕੀ ਆ। ਔਰ ਮੇਰਾ ਦਾਅਵਾ ਹੈ ਕਿ ਉਹ ਵਾਕਈ ਹੀ ਤੁਹਾਡੇ ਨਾਲ ਗੱਲ ਕਰਨਗੇ, ਪਰ ਗੱਲ ਕਰਨੀ ਤਾਂ ਸਿੱਖੋ। ਹੁਣ ਆਪਾਂ ਇਹ ਦੇਖੀਏ ਕਿ ਪ੍ਰੋਬਲਮ ਕਿੱਥੇ ਆ ਗਈ। ਪ੍ਰੋਬਲਮ ਇੱਥੇ ਆਈ ਕਿ ਜਿਹੜਾ ਸਾਨੂੰ ਗੁਰੂ ਨੇ ਮਾਡਲ ਦਿੱਤਾ ਸੀ ਨਾ, ਅਸੀਂ ਉਹ ਮਾਡਲ ਗਵਾ ਲਿਆ। ਸਾਨੂੰ ਗੁਰੂ ਨੇ ਜਿਹੜੀ ਹੋਲਿਸਟਿਕ ਡਿਵੈਲਪਮੈਂਟ ਦੀ ਅਪਰੋਚ ਦਿੱਤੀ ਸੀ, ਜਿਹਦੇ ਵਿੱਚ ਪੰਗਤ ਵੀ ਸੀ, ਮੱਲ ਅਖਾੜੇ ਵੀ ਸੀ, ਔਰ ਬਾਕਾਇਦਾ ਜਿਹੜੀ ਆ ਉਹ ਜਿਹੜੀ ਪਾਠਸ਼ਾਲਾ ਆ ਉਹ ਵੀ ਸੀ, ਅਸੀਂ ਉਹ ਤਿੰਨੇ ਚੀਜ਼ਾਂ ਗਵਾ ਲਈਆਂ। ਅੱਜ ਸਾਡੇ ਕਿੰਨੇ ਗੁਰੂ ਘਰ ਨੇ ਜਿਨ੍ਹਾਂ ਵਿੱਚ ਇਹ ਤਿੰਨ ਚੀਜ਼ਾਂ ਐਟ ਦੀ ਟਾਈਮ ਚੱਲ ਰਹੀਆਂ ਆ। ਕਿੰਨੇ ਗੁਰੂ ਘਰ ਨੇ ਜਿਨ੍ਹਾਂ ਵਿੱਚ ਤੁਹਾਨੂੰ ਲੈਂਗੁਏਜ ਐਂਡ ਲਿਟਰੇਚਰ ਦੀ ਅਪਰੋਚ ਵੀ ਦੱਸੀ ਜਾਂਦੀ ਹੈ, ਤੁਹਾਡੇ ਬਾਕਾਇਦਾ ਮੱਲ ਅਖਾੜੇ ਵਰਗੀ ਕੋਈ ਸਥਿਤੀ ਜਾਂ ਕੋਈ ਫਾਊਂਡੇਸ਼ਨ ਜਾਂ ਕੁਛ ਵੀ, ਕੋਈ ਇੰਸਟੀਟਿਊਟ ਗੁਰਦੁਆਰੇ ਦੇ ਨਾਲ ਅਟੈਚਡ ਹੈ। ਅੱਜ ਕਿੰਨੇ ਗੁਰਦੁਆਰੇ ਆ, ਹਾਂ ਪੰਗਤ ਆਪਾਂ ਸਾਰਿਆਂ ਵਿੱਚ ਰੱਖੀ ਆ, ਕਿਉਂਕਿ ਅਸੀਂ ਉਹਨੂੰ ਇੱਕ ਮੀਟਿੰਗ ਪੁਆਇੰਟ ਬਣਾ ਲਿਆ ਹੈ ਨਾ।
ਹੁਣ ਇਸ ਤੋਂ ਅਗਲੀ ਗੱਲ ਇਹ ਆਉਂਦੀ ਆ ਕਿ ਜੇ ਜਿਹੜੇ ਸਾਡੇ ਪ੍ਰਬੰਧਕ ਸੀ ਜੇ ਉਹਨਾਂ ਨੇ ਨਹੀਂ ਕੀਤਾ ਤੇ ਅਸੀਂ ਉਹਨਾਂ ਨੂੰ ਪੁੱਛਿਆ ਕਿਉਂ ਨਹੀਂ। ਅਗਲੀ ਗੱਲ ਇਹ ਆਉਂਦੀ ਆ, ਅਸੀਂ ਕਿਉਂ ਨਹੀਂ ਪੁੱਛਿਆ ਕਿ ਸਾਡੇ ਗੁਰੂ ਨੇ ਤਾਂ ਆਹ ਚੀਜ਼ਾਂ ਚਲਾਈਆਂ ਸੀ ਭਾਈ। ਦਵਾਖਾਨਾ ਵੀ ਹੋਏ ਕਰਦੇ ਸੀਗੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਟਾਈਮ ਤੋਂ ਬਾਅਦ, ਦਵਾਖਾਨਾ ਵੀ ਸ਼ੁਰੂ ਹੋਏ ਆ। ਹੁਣ ਉਹ ਦਵਾਖਾਨੇ ਵੀ ਅਸੀਂ ਇਹਨਾਂ 'ਚੋਂ ਕੋਈ ਚੀਜ਼ ਵੀ ਨਹੀਂ ਰੱਖ ਸਕੇ। ਅਸੀਂ ਵੀ ਨਹੀਂ ਕਦੀ ਪੁੱਛਣ ਦੀ ਹਿੰਮਤ ਕੀਤੀ ਕਿ ਵੀ ਬਾਬਾ ਜੀ ਤੁਸੀਂ ਠੀਕ ਆ, ਗੁਰਦੁਆਰੇ ਤਾਂ ਇੱਕ ਪਿੰਡ 'ਚ ਆਪਣੇ ਕੋਲ 2-2 3-3 ਵੀ ਹੈਗੇ ਆ, ਅਤੇ ਇਹਨਾਂ ਦੇ ਨਾਲ ਇੱਕ ਪ੍ਰੋਪਰ ਮਾਡਲ ਸੀ ਜਿਹਦੇ ਵਿੱਚ ਦਵਾਖਾਨੇ ਵੀ ਹੋਣੇ ਸੀ, ਪਾਠਸ਼ਾਲਾ ਵੀ ਹੋਣੀਆਂ ਸੀ। ਉਹ ਕਿੱਥੇ ਆ? ਅਸੀਂ ਵੀ ਨਹੀਂ ਪੁੱਛਿਆ। ਪ੍ਰੋਬਲਮ ਇੱਥੇ ਆਉਂਦੀ ਆ। ਹੁਣ ਇਹ ਸੋਚੋ ਕਿ ਅਸੀਂ ਪੁੱਛਿਆ ਕਿਉਂ ਨਹੀਂ। ਕਿਉਂਕਿ ਅਸੀਂ ਗੁਰੂ ਘਰ ਨੂੰ ਗੁਰੂ ਘਰ ਮੰਨਿਆ ਹੀ ਨਹੀਂ। ਅਸੀਂ ਉਹਨੂੰ ਸਿਰਫ ਇੱਕ ਜਾਂ ਤਾਂ ਪਿਕਨਿਕ ਸਪੌਟ ਬਣਾ ਲਿਆ, ਜਾਂ ਅਸੀਂ ਇੱਕ ਐਸਾ ਸਪੌਟ ਬਣਾ ਲਿਆ ਜਿਹਦੇ ਉੱਤੇ ਸਾਡੀਆਂ ਜਿਹੜੀਆਂ ਖੁਸ਼ੀਆਂ ਗਮੀਆਂ ਜੋ ਵੀ ਆ ਉਹ ਅਸੀਂ ਉੱਥੇ ਜਾ ਕੇ ਸੈਲੀਬ੍ਰੇਟ ਕਰ ਸਕਦੇ ਹਾਂ, ਅਤੇ ਜਾਂ ਅਸੀਂ ਉਹਨੂੰ ਜਿਹੜਾ ਹੈ ਚੌਧਰਪੁਣਾ ਝਾੜਨ ਦਾ ਇੱਕ ਤਰੀਕਾ ਬਣਾ ਲਿਆ, ਹੈ ਨਾ, ਕਿ ਇਹ ਤੇ ਇਹ ਇੱਥੇ ਮੇਰੀ ਚੌਧਰ ਹੋਊਗੀ। ਤੁਹਾਨੂੰ ਕੀ ਲੱਗਦਾ ਆ ਕਿ ਵਾਕਈ ਇਹ ਜਿਹੜੇ ਆਪਾਂ ਕਹਿੰਦੇ ਗੋਤਾਂ ਦੇ ਨਾਮ ਦੇ ਉੱਤੇ ਗੁਰਦੁਆਰੇ ਬਣੇ ਆ ਉਹ ਇਸ ਕਰਕੇ ਬਣੇ ਆ ਕਿ ਆਪਸ ਜਾਤ ਗੋਤ ਵਾਲਿਆਂ ਦੀ ਬਣਦੀ ਨਹੀਂ? ਬਿਲਕੁਲ ਗਲਤ। ਮੈਂ ਕੀ ਆ ਉਹਦੇ ਨਾਲ ਕੋਈ ਮਤਲਬ ਨਹੀਂ ਬਣਦਾ, ਜਾਂ ਜੱਟ ਇਹ ਰਾਮਗੜੀਏ ਇਹ ਮਜ਼੍ਹਬੀ ਸਿੰਘ, ਇਵੇਂ ਦਾ ਕੁਛ ਨਹੀਂ ਹੁੰਦਾ। ਸਿੱਖਾਂ ਵਿੱਚ ਤਾਂ ਐਵੇਂ ਦਾ ਕੁਛ ਨਹੀਂ ਹੈ। ਜੇ ਤੁਸੀਂ ਮੰਨਦੇ ਹੋ ਤਾਂ ਤੁਸੀਂ ਸਿੱਖ ਨਹੀਂ ਹੋ। ਇਹ ਮੈਂ ਬਾਰ-ਬਾਰ ਕਹਿ ਰਹੀ ਹਾਂ ਔਰ ਕਹਿੰਦੀ ਰਹੂੰਗੀ। ਜਦੋਂ ਤੁਸੀਂ ਵੱਖਰੇ ਗੁਰਦੁਆਰੇ ਆ ਨਾ, ਉਹ ਬੇਸਿਕਲੀ ਵੱਖਰੀਆਂ ਪ੍ਰਧਾਨਗੀਆਂ ਦੇ ਹੁੰਦੇ ਆ, ਉਹ ਲੋਕਾਂ ਦੇ ਨਹੀਂ ਹੁੰਦੇ। ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਮੇਰੇ ਵਾਸਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ, ਮੇਰੇ ਲਈ ਉਹੀ ਗੁਰਦੁਆਰਾ ਆ। ਮੈਨੂੰ ਇੱਕ ਆਮ ਇਨਸਾਨ ਨੂੰ ਕੋਈ ਫਰਕ ਨਹੀਂ ਪੈਂਦਾ। ਪਰ ਜਦੋਂ ਆਪਾਂ ਬਣਾਉਂਦੇ ਹਾਂ, ਫਿਰ ਉਹ ਇੱਕ ਜਿਹੜੀ ਕਮੇਟੀ ਆ ਉਹ ਅੱਡ ਹੋ ਜਾਂਦੀ ਆ। ਉਹ ਕਹਿੰਦੀ ਹੈ ਚਲੋ ਜੀ ਅਸੀਂ ਆਪਣਾ ਗੁਰਦੁਆਰਾ ਬਣਾਵਾਂਗੇ। ਉੱਥੇ ਆਪਾਂ ਅਲੱਗ-ਅਲੱਗ ਗੁਰਦੁਆਰੇ ਬਣਾ ਦਿੰਦੇ ਹਾਂ ਔਰ ਨਾਮ ਦੇ ਦਿੰਦੇ ਹਾਂ ਜਾਤਾਂ ਦਾ, ਜਦ ਕਿ ਉਹ ਸਾਡੀਆਂ ਆਪਣੀਆਂ ਪ੍ਰਧਾਨਗੀਆਂ ਦੀ ਭੁੱਖ ਹੁੰਦੀ ਆ ਸਾਨੂੰ। ਅਸੀਂ ਵੀ ਕਦੀ ਨਹੀਂ ਪੁੱਛਿਆ। ਅਸੀਂ ਇਹ ਨਹੀਂ ਕਿਹਾ ਕਿ ਸਾਡਾ ਗੁਰੂ ਘਰ ਆ ਬਈ, ਸਾਡੇ ਗੁਰਦੁਆਰਾ ਸਾਹਿਬ ਹੈ, ਇੱਥੇ VIP ਸਿਰਫ ਇੱਕ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਬਸ। ਹੋਰ ਕੋਈ VIP ਨਹੀਂ। ਕਿਹੜੇ VIP ਬਣ ਗਏ, ਕਿਹੜਾ ਸਰਪੰਚ, ਕਿਹਨੂੰ, ਇਹ ਕਿਸ ਤਰ੍ਹਾਂ ਹੋ ਗਿਆ? ਅਸੀਂ ਪੁੱਛਿਆ? ਅਸੀਂ ਵੀ ਨਹੀਂ ਪੁੱਛਿਆ। ਸੋ ਕਲਪ੍ਰਿਟ ਅਸੀਂ ਵੀ ਹੈਗੇ ਹਾਂ। ਸਾਡੇ ਘਰ ਵਿੱਚ ਜਦੋਂ ਵੀ ਕਿਤੇ ਕੋਈ ਅਦਲਾ ਬਦਲੀ ਹੁੰਦੀ ਹੈ ਨਾ, ਤੁਸੀਂ ਇਹ ਜ਼ਰਾ ਸੋਚ ਕੇ ਦੇਖਿਓ ਕਿ ਤੁਹਾਡੇ ਘਰ ਜੇ 2 ਲਾਈਟਾਂ ਵੀ ਚੇਂਜ ਹੋਣੀਆਂ ਹੋਣ ਅਤੇ ਤੁਹਾਨੂੰ ਨਾ ਪੁੱਛਿਆ ਜਾਏ, ਤਾਂ ਤੁਸੀਂ ਆ ਕੇ ਆਪਣੇ ਹਸਬੈਂਡ ਨੂੰ ਜਾਂ ਆਪਣੀ ਵਾਈਫ ਨੂੰ ਇਹ ਕਹਿੰਦੇ ਹੋ ਵੀ ਤੂੰ ਮੈਨੂੰ ਪੁੱਛਣਾ ਜ਼ਰੂਰੀ ਨਹੀਂ ਸਮਝਿਆ। ਅਤੇ ਇਹ ਗੱਲ ਸਾਨੂੰ ਆਪਣੇ ਗੁਰਦੁਆਰਿਆਂ 'ਤੇ ਲਾਗੂ ਨਹੀਂ ਸੀ ਕਰਨੀ ਚਾਹੀਦੀ। ਜਦੋਂ ਸਾਡੀਆਂ ਕੱਚੀਆਂ ਗੜੀਆਂ ਪੱਕੀਆਂ ਹੋ ਰਹੀਆਂ ਸੀ, ਸਾਨੂੰ ਪੁੱਛਣਾ ਨਹੀਂ ਸੀ ਚਾਹੀਦਾ ਕਿ ਤੁਸੀਂ ਕਿਹੜੇ ਖਾਤੇ 'ਚ ਇਹ ਕਿੱਦਾਂ ਕਰ ਰਹੇ ਹੋ, ਤੁਸੀਂ ਹੁੰਦੇ ਕੌਣ ਹੋ? ਬਿਲਕੁਲ ਤੁਸੀਂ ਗੁਰੂ ਦੇ ਸੇਵਕ ਹੋ ਔਰ ਤੁਹਾਨੂੰ ਖਾਲਸਾ ਪੰਥ ਨੇ ਸੇਵਕ ਥਾਪਿਆ ਆ। ਤੁਸੀਂ ਕੰਮ ਕਰੋ, ਜ਼ਰੂਰ ਕਰੋ, ਪਰ ਪੰਥ ਨੂੰ ਨਾਲ ਲੈ ਕੇ। ਪਰ ਇਹਦੇ ਵਾਸਤੇ ਪੰਥ ਨੂੰ ਵੀ ਤਾਂ ਜਾਗਰੂਕ ਹੋਣਾ ਚਾਹੀਦਾ ਸੀ ਨਾ। ਪੰਥ ਨੂੰ ਸ਼ਬਦ ਦੇ ਨਾਲ ਲੱਗਣਾ ਸੀ ਨਾ। ਪੰਥ ਤਾਂ ਲੱਗ ਗਿਆ ਡੇਰਿਆਂ ਦੇ ਨਾਲ, ਦੇਹਾਂ ਦੇ ਨਾਲ, ਹੈ ਨਾ। ਹਾਂ ਚਲੋ, ਕਿਉਂਕਿ ਗੁਰੂ ਮਹਾਰਾਜ ਨਾ ਬੜਾ ਕਲੀਅਰ ਦੱਸਦੇ ਆ। ਇਹ ਬਹੁਤ ਵੱਡਾ ਇੱਕ ਘੇਰਾ ਆ, ਪਰ ਸ਼ੁਰੂਆਤ ਸਾਡੇ ਆਪਣੇ ਕੋਲ ਹੋਣੀ ਆ। ਗੁਰੂ ਮਹਾਰਾਜ ਸਾਫ਼ ਕਹਿੰਦੇ ਆ, ਮਨ ਬਚ ਕਰਮ ਪ੍ਰਭ ਆਪਣਾ ਧਿਆਈ। ਮਨ ਬਚ ਕਰਮ, ਮਨ ਤੋਂ ਵੀ, ਬਚਨਾਂ ਤੋਂ ਵੀ ਅਤੇ ਕਰਮਾਂ ਤੋਂ ਵੀ। ਅਸੀਂ ਮਨ ਤੋਂ ਅਤੇ ਮਨ ਤੱਕ ਤਾਂ ਅਸੀਂ ਉਤਰੇ ਹੀ ਨਹੀਂ। ਬਚਨਾਂ ਤੋਂ ਹਾਂ ਅਸੀਂ ਮੂੰਹ ਦੇ ਨਾਲ ਜ਼ਰੂਰ ਕਹਿੰਦੇ ਹਾਂ ਕਿ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੀ ਹਾਂ, ਮੇਰਾ ਗੁਰੂ ਘਰ ਦੇ ਨਾਲ ਬਹੁਤ ਲਗਾਵ ਆ, ਪਰ ਸਾਡਾ ਲਗਾਵ ਜੇ ਹੁੰਦਾ ਤਾਂ ਇੱਥੋਂ ਤੱਕ ਗੱਲਾਂ ਪਹੁੰਚਣੀਆਂ ਨਹੀਂ ਸੀ। ਖੈਰ, ਅਸੀਂ ਬਹੁਤਾ ਕੁਛ ਤਾਂ ਆਪਣੀ ਅਰਦਾਸ ਦੇ ਵਿੱਚੋਂ ਹੀ ਸਿੱਖ ਲੈਣਾ ਸੀ ਜੇ ਅਸੀਂ ਸਿੱਖਣਾ ਚਾਹੁੰਦੇ ਤੇ, ਪਰ ਅਸੀਂ ਸਿੱਖਣਾ ਕਦੀ ਚਾਹਿਆ ਹੀ ਨਹੀਂ। ਇਹ ਸੋਚੋ ਕਿ ਜਦੋਂ ਅਸੀਂ ਗੁਰਦੁਆਰੇ ਦੇ ਵਿੱਚ ਅਰਦਾਸ ਸ਼ਾਮਲ ਹੁੰਦੇ ਹਾਂ, ਇੱਕ ਛੋਟੀ ਜਿਹੀ ਗੱਲ ਕਹਿ ਕੇ ਅਤੇ ਫਿਰ ਮੈਂ ਆਪਣੀ ਗੱਲ ਨੂੰ ਖ਼ਤਮ ਕਰੂੰਗੀ ਇੱਥੇ। ਜੇ ਅਸੀਂ ਵਾਕਈ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਦੀ ਗੱਲ ਨੂੰ ਹੀ ਆਪਾਂ ਸਮਝ ਲਈਏ ਨਾ, ਮਨ ਦੇ ਨਾਲ, ਬਚਨਾਂ ਦੇ ਨਾਲ, ਕਰਮਾਂ ਦੇ ਨਾਲ, ਜੇ ਅਸੀਂ ਵਾਕਈ ਆਪਣੇ ਗੁਰੂ ਨੂੰ ਧਿਆਉਣਾ ਹੁੰਦਾ ਇਹਨਾਂ 3 ਚੀਜ਼ਾਂ ਦੇ ਵਿੱਚ, ਤਾਂ ਅਸੀਂ ਸਿਰਫ ਆਪਣੀ ਅਰਦਾਸ ਹੀ ਸਮਝ ਲੈਂਦੇ ਤਾਂ ਅਸੀਂ ਸੱਚਿਆਰ ਮਨੁੱਖ, ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਜਿਸ ਨੂੰ ਗੁਰੂ ਨੇ ਨਿਰਵੈਰ ਨਿਰਭਉ ਬਣਾਇਆ ਸੀ, ਅਸੀਂ ਉਹ ਬਣ ਜਾਣਾ ਸੀਗਾ। ਪਰ ਅਸੀਂ ਉੱਥੋਂ ਤੱਕ ਗਏ ਹੀ ਨਹੀਂ। ਤੁਸੀਂ ਇੱਕ ਗੱਲ ਓਨੈਸਟਲੀ ਦੱਸਿਓ ਜੇ ਕਿ ਤੁਹਾਡੇ ਘਰ ਦੇ ਵਿੱਚ ਤੁਹਾਡੇ ਬੱਚੇ ਵੀ ਬੈਠੇ ਹੋਣ, ਜਾਂ ਜਿਹੜੇ ਬੱਚੇ ਸੁਣ ਰਹੇ ਆ ਉਹਨਾਂ ਦੇ ਵੱਡੇ ਬੈਠੇ ਹੋਣ, ਅਤੇ ਤੁਸੀਂ ਆਪਣੀ ਗੱਲ ਆਪਣੇ ਡੈਡੀ ਨੂੰ ਸੁਣਾ ਰਹੇ ਹੋ, ਅਤੇ ਜਾਂ ਤੁਹਾਡੇ ਡੈਡੀ ਪਰੇ ਮੂੰਹ ਕਰਕੇ ਬੈਠ ਜਾਣ, ਅਤੇ ਜਾਂ ਫਿਰ ਤੁਹਾਡੇ ਪਾਪਾ ਤੁਹਾਡੇ ਨਾਲ ਗੱਲ ਕਰ ਰਹੇ ਹੋ ਔਰ ਤੁਸੀਂ ਆਪਣਾ ਮੂੰਹ ਇੱਧਰ ਉੱਧਰ ਕਰੀ ਚੱਲੋ। ਵਿਲ ਇਟ ਲੁੱਕ ਨਾਈਸ? ਤੁਹਾਨੂੰ ਲੱਗਦਾ ਉਹ ਚੰਗਾ ਲੱਗੂਗਾ? ਜਾਂ ਤੁਹਾਡੇ ਪਾਪਾ ਇਹ ਨਹੀਂ ਕਹਿਣਗੇ ਵੀ ਉਹ ਤੂੰ ਕਿੱਧਰ ਭਾਈ, ਤੁਹਾਡੇ ਘਰ ਕੋਈ ਬਜ਼ੁਰਗ ਹੈ, ਤੁਸੀਂ ਉਹਦੇ ਸਾਹਮਣੇ ਬੈਠ ਗਏ, ਉਹਦੇ ਨਾਲ ਤੁਸੀਂ ਗੱਲ ਕਰ ਰਹੇ ਹੋ, ਉਹ ਤੁਹਾਨੂੰ ਆਪਣੀ ਗੱਲ ਕਹਿ ਰਿਹਾ ਆ ਔਰ ਤੁਸੀਂ ਮੂੰਹ ਇੱਧਰ ਉੱਧਰ ਕਰਕੇ ਘੁੰਮ ਰਹੇ ਹੋ, ਜਾਂ ਤੁਹਾਡੀ ਕੋਈ ਸਹੇਲੀ ਆ ਗਈ, ਉਹਨੂੰ ਮਿਲਣਾ ਸ਼ੁਰੂ ਕਰਤਾ। ਇੱਦਾਂ ਕਰਦੇ ਹੋ ਨਾ ਆਪਾਂ?
ਆਪਾਂ ਗੁਰੂ ਨਾਲ ਇਦਾਂ ਕਰਦੇ ਆ ਨਾ। ਮੇਰੀ ਮੰਮਾ ਹਮੇਸ਼ਾ ਇਹ ਕਹਿੰਦੇ ਹੁੰਦੇ ਸੀਗੇ ਕਿ ਜਦੋਂ ਵੀ ਹੁਕਮਨਾਮਾ ਲਿਆ ਜਾਂਦਾ ਹੈ ਨਾ, ਤੇ ਹੁਕਮਨਾਮੇ ਦੇ ਵਿੱਚ ਚਾਹੇ ਦੁੱਧ ਡੁੱਲ ਜੇ, ਚਾਹੇ ਭੁਚਾਲ ਆ ਜੇ, ਤੁਸੀਂ ਹਿੱਲਣਾ ਨਹੀਂ ਆਪਣੀ ਜਗ੍ਹਾ ਤੋਂ, ਕਿਉਂਕਿ ਉਹ ਮੁੱਖ ਵਾਕ ਹੈ, ਉਹ ਗੁਰੂ ਦੇ ਮੂੰਹ 'ਚੋਂ ਨਿਕਲਿਆ ਹੋਇਆ ਵਾਕ ਹੈ। ਔਰ ਜਦੋਂ ਗੁਰੂ ਬੋਲ ਰਿਹਾ ਤਾਂ ਤੁਹਾਡੀ ਕੀ ਹਿੰਮਤ ਆ ਕਿ ਤੁਸੀਂ ਉੱਥੋਂ ਉੱਠ ਕੇ ਇੱਧਰ ਉੱਧਰ ਤੁਰੇ ਫਿਰੋ ਜਾਂ ਤੁਸੀਂ ਲੋਕਾਂ ਨੂੰ ਮਿਲਦੇ ਫਿਰੋ। ਪਰ ਆਪਾਂ ਇੱਦਾਂ ਕਰਦੇ ਹਾਂ ਕਿਉਂਕਿ ਅਸੀਂ ਗੁਰੂ ਨੂੰ ਗੁਰੂ ਨਹੀਂ ਮੰਨਿਆ। ਅਸੀਂ ਸਿਰਫ ਬਚਨਾਂ ਦੇ ਨਾਲ ਕਿਹਾ ਕਿ ਇਹ ਮੇਰਾ ਗੁਰੂ ਹੈ, ਅਸੀਂ ਉਹਦੇ ਲੜ ਲੱਗੇ ਨਹੀਂ, ਅਸੀਂ ਉਹਨੂੰ ਮੰਨਿਆ ਨਹੀਂ। ਕਿਉਂਕਿ ਜੇ ਆਪਾਂ ਉਹਨੂੰ ਮੰਨਿਆ ਹੁੰਦਾ ਨਾ, ਤੇ ਫਿਰ ਅਸੀਂ ਅੱਜ ਉਹੀ ਸਿੰਘ ਸਿੰਘਣੀਆਂ ਹੋਣਾ ਸੀ ਜਿਨ੍ਹਾਂ ਨੂੰ ਆਪਾਂ ਅਰਦਾਸ ਦੇ ਵਿੱਚ ਯਾਦ ਕਰਦੇ ਹਾਂ ਔਰ ਕਹਿੰਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲਹਾਈਆਂ, ਚਰਖੜੀਆਂ ਤੇ ਚੜੇ ਗਏ, ਆਰਿਆਂ ਨਾਲ ਚੀਰੇ ਗਏ। ਅੱਜ ਅਸੀਂ ਉਹੀ ਸਿੱਖ ਹੋਣਾ ਸੀ, ਅੱਜ ਅਸੀਂ ਉਹੀ ਸਿੰਘ ਸਿੰਘਣੀਆਂ ਹੋਣਾ ਸੀ। ਸਾਡਾ ਇੰਨਾ ਢਲਾਨ ਕਦੀ ਨਹੀਂ ਸੀ ਹੋਣੀ ਜੇ ਅਸੀਂ ਵਾਕਈ ਹੀ ਦਿਲੋਂ ਆਪਣੇ ਗੁਰੂ ਨਾਲ ਜੁੜ ਜਾਂਦੇ। ਤੇ ਇਸ ਗੱਲ ਨੂੰ ਇਸੇ ਗੱਲ ਦੇ ਉੱਤੇ ਆਪਾਂ ਅੱਜ ਦੀ ਜਿਹੜੀ ਵਾਰਤਾਲਾਪ ਨੂੰ ਖ਼ਤਮ ਕਰਦੇ ਹਾਂ। ਮਨ ਬਚ ਕਰਮ ਪ੍ਰਭ ਆਪਣਾ ਧਿਆਈ। ਹੁਣ ਇਸੇ ਗੱਲ ਨੂੰ ਆਪਾਂ ਇਹਦੇ ਉੱਤੇ ਹੀ ਕੰਮ ਕਰਦੇ ਰਹੀਏ, ਸਾਰਾ ਦਿਨ ਇਸੇ ਗੱਲ ਨੂੰ ਸੋਚਦੇ ਰਹੋ ਕਿ ਕਿੰਨੀ ਵਾਰੀ ਮੈਂ ਮਨ ਦੇ ਨਾਲ, ਕਿੰਨੀ ਵਾਰੀ ਮੈਂ ਬਚਨਾਂ ਦੇ ਨਾਲ, ਔਰ ਕਿੰਨੀ ਵਾਰੀ ਮੈਂ ਕਰਮਾਂ ਦੇ ਨਾਲ ਆਪਣੇ ਗੁਰੂ ਦੇ ਨਾਲ ਦੇ ਲੜ ਲੱਗੀ ਹਾਂ। ਇੰਨੀ ਗੱਲ ਕਹਿ ਕੇ ਮੈਂ ਤੁਹਾਡੇ ਸਾਰਿਆਂ ਕੋਲੋਂ ਇਜਾਜ਼ਤ ਲੈਂਦੀ ਹਾਂ ਜੀ। ਅਗਲੀ ਵਾਰੀ ਫਿਰ ਮਿਲਦੇ ਹਾਂ, ਇਸੇ ਟੌਪਿਕ ਨੂੰ ਅੱਗੇ ਵਧਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।